रहे हैं कि हुण वेरिएंट नਵੇਂ आ रहे हैं, कोई पता नहीं कदों फ्लाइट बैन लग जाए। ਜਿਹੜੇ ਇੰਡੀਵਿਜੂਅਲ ਕੈਨੇਡਾ ਆਉਣ ਬਾਰੇ ਸੋਚ ਰਹੇ ਨੇ ਤਾਂ ਉਹ ਹੁਣ ਰਾਈਟ ਮੂਵ ਕਰਨ, ਕਿਉਂਕਿ ਆਉਣ ਵਾਲੇ ਫਿਊਚਰ ਦੇ ਵਿੱਚ ਹੋ ਸਕਦਾ ਸਰਕਾਰ ਜਿਹੜਾ ਅਨਦਰ ਇੱਕ ਟਰੈਵਲ ਬੈਨ ਲੈ ਆਵੇ। ਕਿਸੇ ਵੀ ਅਸੀਂ ਕੰਪਨੀ ਦੇ ਨਾਲ ਗੱਲ ਕਰਕੇ ਦੇਖ ਲਈਏ, ਉਹਨਾਂ ਨੂੰ ਵਰਕਰ ਸ਼ਾਰਟੇਜ ਬਹੁਤ ਆਉਂਦੀ ਹੈ। ਕੀ ਆਉਣ ਵਾਲੇ ਸਮੇਂ ਦੇ ਵਿੱਚ ਵਰਕਰਸ ਨੂੰ ਇੱਥੇ ਬੁਲਾਇਆ ਜਾਏਗਾ? ਕਿਸ ਤਰ੍ਹਾਂ ਚੱਲ ਰਿਹਾ ਇਮੀਗ੍ਰੇਸ਼ਨ ਦੇ ਨਾਲ? ਸੋ ਇਹ ਬਾਉਂਸ ਬੈਕ ਦੇ ਨਾਲ ਜਿਹੜੀ ਸਭ ਤੋਂ ਬੜੀ ਦਿੱਕਤ ਰਹੀ ਉਹ ਰਹੀ ਇੰਪਲੋਇਮੈਂਟ ਨੂੰ ਲੈ ਕੇ, ਕਿਉਂਕਿ ਪਹਿਲਾਂ ਇੰਪਲੋਇਮੈਂਟ ਬਹੁਤ ਜ਼ਿਆਦਾ ਰਿਸਟ੍ਰਿਕਟਿਵ ਸੀ, ਮੀਨਿੰਗ ਕਈ ਬਿਜ਼ਨਸਿਸ ਦੇ ਉੱਤੇ ਬਹੁਤ ਰਿਸਟ੍ਰਿਕਸ਼ਨ ਲੱਗੀਆਂ ਹੋਈਆਂ ਸੀ। ਸੋ ਗਵਰਨਮੈਂਟ ਨੇ ਜਿਹੜਾ ਚੇਂਜ ਲਿਆਂਦਾ ਇਹ ਚੀਜ਼ ਨੂੰ ਦੇਖਦੇ ਹੋਏ, ਹੁਣ ਉਹਦੇ ਵਿੱਚ ਕਈ ਜਿਹੜੇ ਕੰਟਰੀਜ਼ ਦੇ ਵਰਕਰਸ ਨੇ ਉਹਨਾਂ ਨੂੰ ਐਗਜ਼ੈਂਪਟ ਕੀਤਾ। ਉਹ ਬਿਨਾਂ LMIA ਤੋਂ ਲਏ ਸਿਰਫ ਜੌਬ ਆਫਰ ਦੇ ਬੇਸ ਤੇ ਐਂਟਰ ਕਰ ਸਕਦੇ ਨੇ। ਤੁਹਾਨੂੰ ਵਰਕਰ ਦੀ ਅਤਿਅੰਤ ਜ਼ਰੂਰਤ ਹੈ ਕੈਨੇਡਾ ਦੇ ਵਿੱਚ, ਤੁਸੀਂ ਬਿਜ਼ਨਸ 'ਚ ਇਨਵੈਸਟ ਕਰੀ ਬੈਠੇ ਹੋ, ਤਾਂ ਆਪਦਾ ਤੁਸੀਂ ਸਾਰਾ ਕੁਝ ਖੋਲੀ ਬੈਠੇ ਹੋ ਤੇ ਤੁਹਾਡੇ ਕੋਲ ਵਰਕਰ ਨਹੀਂ ਹੈ, ਤਾਂ ਫਿਰ ਤੁਹਾਨੂੰ ਬਿਜ਼ਨਸ ਸਰਵਾਈਵ ਕਰਨਾ ਵੀ ਤੁਹਾਨੂੰ ਮੁਸ਼ਕਿਲ ਹੋਇਆ ਤਾਂ ਡੈਫੀਨਿਟਲੀ ਤੁਸੀਂ ਜਿਹੜਾ ਹੈਗਾ ਕੋਰਟ ਦਾ ਰਸਤਾ ਅਪਣਾਇਆ ਕਰੋ। ਸੋ ਹੈਡ ਕਾਊਂਟ ਵਧਾਉਣ ਦਾ ਓਨਲੀ ਤਰੀਕਾ ਹੈਗਾ ਵੀ ਹਿਊਮਨ ਰਿਸੋਰਸ ਨੂੰ ਟਰਾਂਸਪੋਰਟ ਕਰ ਲਓ, ਜਿਹੜਾ ਬਾਹਰ ਤੋਂ ਲਿਆ ਕੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੈ ਆਓ, ਤਾਂ ਫਿਰ ਇਕਨੋਮੀ ਜਿਹੜੀ ਉਹ ਸਟੇਬਲ ਹੋਏਗੀ। ਇੱਕ ਤਾਂ ਲੇਬਰ ਜੌਬ ਹੋ ਗਈ, ਇੱਕ ਸਕਿਲਡ ਹੋ ਗਏ। ਹੁਣ ਸਕਿਲਡ ਵਰਕਰਸ ਵੀ ਜਿਹੜੇ ਨੇ ਉਹ LMIA ਤੋਂ ਬਿਨਾਂ ਐਪਲੀਕੇਸ਼ਨ ਲਗਾ ਸਕਦੇ ਨੇ। ਪਰ ਜੇ ਕੋਈ ਬਿਜ਼ਨਸ ਹੈ ਜਿੱਥੇ ਤੁਸੀਂ ਅਦਰ ਦੈਨ ਇੰਡੀਅਨ ਨੂੰ ਵੀ ਹਾਇਰ ਕਰ ਸਕਦੇ ਹੋ ਤਾਂ ਬਿਲਕੁਲ ਓਪਰਚੁਨਿਟੀ ਦੇਣੀ ਚਾਹੀਦੀ ਹੈ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਕ ਕਿਸੇ ਪਰਟੀਕੂਲਰ ਨੈਸ਼ਨੈਲਿਟੀ ਦੇ ਵਰਕਰ ਲਈ ਤੁਸੀਂ ਵੇਟ ਕਰ ਰਹੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ TV। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲਿਊਸ਼ਨ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੇ ਬਾਰੇ। ਹੁਣ ਤੁਸੀਂ ਦੇਖਿਆ ਹੋਣਾ ਕਿ ਕੋਵਿਡ ਕਰਕੇ ਹਰ ਦਿਨ ਨਵੇਂ ਰੂਲ ਆਉਂਦੇ ਰਹਿੰਦੇ ਨੇ, ਨਵੀਆਂ ਰੈਗੂਲੇਸ਼ਨਸ ਆਉਂਦੀਆਂ ਰਹਿੰਦੀਆਂ ਨੇ। ਇਸ ਵਿਚਕਾਰ ਅਸੀਂ ਦੇਖਦੇ ਹਾਂ ਕਿ ਕੋਵਿਡ ਦੇ ਨਵੇਂ ਵੇਰੀਐਂਟ ਨੇ ਵੀ ਹੁਣ ਘੇਰਾ ਪਾਇਆ ਹੋਇਆ ਤੇ ਉਸ ਵੇਰੀਐਂਟ ਦੇ ਮੁਤਾਬਿਕ ਅਸੀਂ ਸਦਰਨ ਜਦੋਂ ਅਸੀਂ ਗੱਲ ਕਰਦੇ ਹਾਂ ਅਫਰੀਕਨ ਕੰਟਰੀਜ਼ ਦੀ, ਉੱਥੇ ਬੈਨ ਲਗਾਇਆ ਹੋਇਆ। ਹੁਣ ਬੈਨ ਦਾ ਕੀ ਅਸਰ ਹੋਏਗਾ, ਕਿਸ ਤਰ੍ਹਾਂ ਨਾਲ ਅਸਰ ਕੈਨੇਡਾ 'ਚ ਹੋਏਗਾ, ਕਿਸ ਤਰ੍ਹਾਂ ਦੇ ਨਾਲ ਆਰਥਿਕਤਾ 'ਤੇ ਅਸਰ ਹੋਏਗਾ, ਕਿਸ ਤਰ੍ਹਾਂ ਦੇ ਨਾਲ ਲੋਕ ਇਮੀਗ੍ਰੇਸ਼ਨ 'ਤੇ ਅਸਰ ਪਵੇਗਾ, ਕਿਉਂਕਿ ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜਿੱਥੇ ਇਮੀਗ੍ਰੈਂਟਸ ਹੀ ਰਹਿੰਦੇ ਨੇ। ਇਮੀਗ੍ਰੈਂਟਸ ਦੀ ਬਣਾਈ ਹੋਈ ਕੰਟਰੀ ਅਸੀਂ ਕਹਿ ਸਕਦੇ ਹਾਂ। ਹੁਣ ਇਸ ਪੀਰੀਅਡ ਦੇ ਵਿੱਚ ਵੀ ਕੈਨੇਡਾ ਅਜਿਹੀ ਕੰਟਰੀ ਰਿਹਾ ਜਿਹਨੇ ਇਮੀਗ੍ਰੈਂਟਸ ਦੀ ਹੈਲਪ ਕੀਤੀ ਹੈ। ਅਸੀਂ ਦੇਖਿਆ ਕਿ ਆਨਲਾਈਨ ਕਲਾਸਾਂ ਲੱਗੀਆਂ ਤੇ ਆਨਲਾਈਨ ਹੁਣ PGWP ਐਪਲੀਕੈਂਟ ਹੈ ਜਿਹੜੇ, ਉਹ ਆਪਣੀਆਂ ਐਪਲੀਕੇਸ਼ਨਸ ਅਗਸਤ ਤੱਕ ਅੱਗੇ ਵਧਾ ਸਕਦੇ ਆ। 31 ਦਸੰਬਰ ਦੀ ਡੈਡਲਾਈਨ ਸੀਗੀ। ਹੁਣ ਉਹ ਘਰੇ ਬੈਠ ਕੇ ਆਪਣੀ ਬੈਕ ਕੰਟਰੀ ਦੇ ਵਿੱਚ ਕਲਾਸਾਂ ਲਗਾ ਸਕਦੇ ਆ ਤੇ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਏਗਾ ਜਦੋਂ ਉਹ ਕਲਾਸਾਂ ਲਗਾ ਕੇ ਹਟਣਗੇ। ਹੁਣ 45,000 ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਆਏ ਆ, ਪਰ ਸਟਿਲ ਕੈਨੇਡਾ ਗਵਰਨਮੈਂਟ ਕਹਿ ਰਹੀ ਹੈ ਕਿ 1.8 ਮਿਲੀਅਨ ਐਪਲੀਕੈਂਟਸ ਦਾ ਬੈਕਲੌਗ ਹੈ। ਹੁਣ ਬੈਕਲੌਗ ਕਿਵੇਂ ਨਿਕਲੇਗਾ, ਕਿਵੇਂ ਜਿਹੜਾ ਹੈ ਗੈਪ ਖਤਮ ਕੀਤਾ ਜਾਵੇਗਾ, ਕਹਿ ਸਕਦੇ ਹਾਂ ਨੌਕਰੀਆਂ ਦਾ, ਕਿਉਂਕਿ ਅਸੀਂ ਜਦੋਂ ਇੱਥੇ ਦੇਖਦੇ ਹਾਂ ਇੱਥੇ ਵਰਕਰਸ ਦੀ ਸ਼ਾਰਟੇਜ ਅਜੇ ਵੀ ਆ ਰਹੀ ਹੈ। ਵਰਕਰ ਦੀ ਸ਼ਾਰਟੇਜ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ, ਕਿਹੜੇ ਰਾਹ ਨੇ ਕੈਨੇਡਾ ਦੇ ਵਿੱਚ ਆਇਆ ਜਾ ਸਕਦਾ, ਵਰਕ ਪਰਮਿਟ 'ਤੇ ਆਇਆ ਜਾ ਸਕਦਾ, ਵਰਕ ਕਰਨ ਦੇ ਲਈ ਆਇਆ ਜਾ ਸਕਦਾ, ਸਕਿੱਲ ਵਰਕਰ ਕਿਵੇਂ ਆ ਸਕਦੇ ਆ, ਦੂਜੇ ਵਰਕਰ ਫਾਰਮ ਵਰਕਰ ਕਿਸ ਤਰ੍ਹਾਂ ਆ ਸਕਦੇ ਆ, ਕਿਸ ਤਰ੍ਹਾਂ ਇਹ ਗੈਪ ਜਿਹੜਾ ਇੱਕ ਕੰਪਲੀਟ ਹੋਏਗਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਲਸ ਤੇ ਰੈਗੂਲੇਸ਼ਨ ਬਦਲਣਗੇ, ਇਸ ਸਭ ਦੇ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਪਹੁੰਚੇ ਹੋਏ ਹਾਂ CWC ਇਮੀਗ੍ਰੇਸ਼ਨ ਦੇ ਆਫਿਸ ਤੇ ਗੱਲ ਕਰਾਂਗੇ ਮਿਸਟਰ ਅਮਨ ਖਹਿਰਾ ਦੇ ਨਾਲ। ਆਓ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ। ਖਹਿਰਾ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਜੀ? ਪਹਿਲਾਂ ਤਾਂ ਕੀ ਹਾਲ ਚਾਲ, ਕਿਵੇਂ ਚੱਲ ਰਿਹਾ? ਐਵਰੀਥਿੰਗ ਇਜ਼ ਵੈਰੀ ਗੁੱਡ। ਵੈਦਰ ਦਾ ਹੀ ਹੈਗਾ ਕਿਉਂਕਿ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਔਰ ਜਿਵੇਂ ਪਹਿਲਾਂ ਵੀ ਚੈਲੰਜ ਰਿਹਾ, ਖਾਸ ਕਰਕੇ ਆਪਣਾ ਭਾਈਚਾਰਾ ਬਹੁਤ ਇਫੈਕਟਡ ਹੈ। ਖਾਸ ਕਰਕੇ ਜਿਹੜੇ ਐਬਸਫੋਰਡ ਦਾ ਰੀਜਨ ਹੈ ਜਾਂ ਚਿਲਵੈਕ ਵਾਲੀ ਸਾਈਡ ਹੈਗੀ, ਉੱਥੇ ਤਾਂ ਮੈਰਿਟ ਬਹੁਤ ਬਿਜ਼ਨਸਿਸ 'ਤੇ ਇਫੈਕਟ ਪਿਆ ਹੈਗਾ। ਸੋ ਹੋਪ ਕਰਦੇ ਆ ਵੀ ਇੱਕ ਵੈਦਰ ਹੀ ਸੀਗਾ BC ਕੋਲ ਵਧੀਆ, ਉਹ ਰਹਿ ਜੇ ਬਚਿਆ, ਬਾਕੀ ਤਾਂ ਜਿਵੇਂ ਐਜ਼ ਯੂਜੂਅਲ ਬਿਜ਼ਨਸ ਐਜ਼ ਯੂਜੂਅਲ। ਯੈਸ ਬਿਲਕੁਲ। ਵਾਂਸ ਅਗੇਨ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਆਪਣੇ ਆਫਿਸ ਦੇ ਵਿੱਚ ਬੁਲਾਇਆ ਤੇ ਗੱਲਬਾਤ ਅੱਜ ਕਰਾਂਗੇ ਨਵੇਂ ਰੈਗੂਲੇਸ਼ਨਸ ਦੇ ਬਾਰੇ, ਰੂਲਸ ਦੇ ਬਾਰੇ। ਪਰ ਉਸ ਤੋਂ ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਹੁਣ ਵੇਰੀਐਂਟ ਨਵੇਂ ਆ ਰਹੇ ਆ, ਕੋਈ ਪਤਾ ਨਹੀਂ ਕਦੋਂ ਫਲਾਈਟ ਬੈਨ ਲੱਗ ਜਾਏ, ਕੋਈ ਪਤਾ ਨਹੀਂ ਕਦੋਂ। ਹੁਣ ਜਦੋਂ ਵੀ ਕੋਈ ਕੈਨੇਡਾ ਆ ਰਿਹਾ ਜਾਂ ਜਿਹੜੇ ਆਲਰੇਡੀ ਜਿਨ੍ਹਾਂ ਦੇ ਕੋਲ ਵੀਜ਼ੇ ਹੈਗੇ ਆ, ਉਹਨਾਂ ਨੂੰ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ, ਬੇਸਿਕ ਗੱਲਾਂ? ਇੱਕ ਤਾਂ ਸਭ ਤੋਂ ਪਹਿਲਾਂ ਗਵਰਨਮੈਂਟ ਦੀ ਵੈਬਸਾਈਟ ਚੈੱਕ ਕਰਦੇ ਰਹਿਣ, ਕਿਉਂਕਿ ਐਵਰੀ ਡੇ ਗਵਰਨਮੈਂਟ ਨਵੀਆਂ ਅਨਾਊਂਸਮੈਂਟਸ ਕਰ ਰਹੀ ਹੈ, ਕੰਟਰੀਜ਼ ਨੂੰ ਬੈਨ ਲਿਸਟ ਦੇ ਵਿੱਚ ਪਾ ਰਹੀ ਹੈ। ਇੰਡੀਆ ਹਾਲੇ ਉਹ ਚਲੋ ਲਿਸਟ ਤੋਂ ਬਾਹਰ ਹੈ,
ਪਰ ਹੋ ਸਕਦਾ ਪੋਸੀਬਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਜੇ। ਜਿਹੜੇ ਇੰਡੀਵਿਜੂਅਲ ਕੈਨੇਡਾ ਆਉਣ ਬਾਰੇ ਸੋਚ ਰਹੇ ਨੇ ਤਾਂ ਉਹ ਹੁਣ ਰਾਈਟ ਮੂਵ ਕਰਨ, ਕਿਉਂਕਿ ਆਉਣ ਵਾਲੇ ਫਿਊਚਰ ਦੇ ਵਿੱਚ ਹੋ ਸਕਦਾ ਸਰਕਾਰ ਜਿਹੜਾ ਅਨਦਰ ਇੱਕ ਟਰੈਵਲ ਬੈਨ ਲੈ ਆਵੇ। ਹਾਲੇ ਕੁਝ ਵੀ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਸਰਟਨਲੀ, ਬਟ ਜੇ ਤੁਹਾਡੇ ਕੋਲ ਵੀਜ਼ਾ ਹੈਗਾ, ਤੁਸੀਂ ਕੈਨੇਡਾ ਆਉਣ ਬਾਰੇ ਸੋਚ ਰਹੇ ਹੋ, ਤਾਂ ਹੁਣ ਤੁਹਾਡੇ ਕੋਲ ਸਹੀ ਟਾਈਮ ਹੈ, ਤੁਸੀਂ ਐਂਟਰ ਕਰ ਸਕਦੇ ਹੋ। ਬਿਲਕੁਲ ਖਹਿਰਾ ਸਾਹਿਬ ਨੇ ਜਿਵੇਂ ਕਿਹਾ ਹੈ ਕਿ ਤੁਸੀਂ ਰਾਈਟ ਟਾਈਮ ਹੈਗਾ, ਤੁਸੀਂ ਐਂਟਰ ਕਰ ਸਕਦੇ ਆ, ਪਰ ਸਟਿਲ ਤੁਸੀਂ ਅਰਾਈਵ ਕੈਨ ਡਾਊਨਲੋਡ ਕਰੋ, ਜੋ ਵੀ ਰਿਕੁਆਇਰਮੈਂਟਸ ਹੈਗੀਆਂ ਨੇ ਫੁੱਲਫਿਲ ਕਰੋ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ। ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਪਹਿਲਾਂ ਪ੍ਰੀਪੇਅਰ ਨਹੀਂ ਹੁੰਦੇ ਤੇ ਇੱਥੇ ਆ ਕੇ ਅਸੀਂ ਬਹੁਤ ਸਟਕ ਹੋ ਜਾਂਦੇ ਆ ਤੇ ਫਿਰ ਬਾਅਦ ਚ ਕਹਿੰਦੇ ਆ ਕਿ ਅਸੀਂ ਬਹੁਤ ਸਟਕ ਹੋ ਗਏ, ਜਾਂ ਕਈ ਵਾਰ ਤੁਹਾਡੀਆਂ ਫਲਾਈਟਸ ਵੀ ਕੈਂਸਲ ਹੋ ਜਾਂਦੀਆਂ। ਸੋ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਬਚਣਾ ਚਾਹੀਦਾ। ਸੋ ਖਹਿਰਾ ਸਾਹਿਬ, ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ, ਇਮੀਗ੍ਰੇਸ਼ਨ ਦੇ ਵਿੱਚ ਹਰ ਰੋਜ਼ ਨਵੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ। ਹੁਣ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ 45,000 ਇਮੀਗ੍ਰੈਂਟ ਕੈਨੇਡਾ ਦੇ ਵਿੱਚ ਆਏ ਸੀ ਅਕਤੂਬਰ ਤੇ ਸੈਪਟੈਂਬਰ ਅਕਤੂਬਰ ਦਾ ਡੇਟਾ ਦੇਖੀਏ, ਪਰ ਸਟਿਲ ਹਜੇ ਵੀ ਕਿਉਂ ਤੁਹਾਨੂੰ ਲੱਗਦਾ ਹੈ ਕਿ ਇੰਨਾ ਗੈਪ ਹੈਗਾ ਆ ਕਿ ਵਰਕਰ ਸ਼ਾਰਟੇਜ ਬਹੁਤ ਹੈਗੀ ਆ? ਅਜੇ ਜਿਹੜੀ ਮਰਜ਼ੀ ਅਸੀਂ ਦੇਖ ਲਈਏ, ਕਿਸੇ ਵੀ ਅਸੀਂ ਕੰਪਨੀ ਦੇ ਨਾਲ ਗੱਲ ਕਰਕੇ ਦੇਖ ਲਈਏ, ਉਹਨਾਂ ਨੂੰ ਵਰਕਰ ਸ਼ਾਰਟੇਜ ਬਹੁਤ ਆਉਂਦੀ ਹੈ। ਕੀ ਆਉਣ ਵਾਲੇ ਸਮੇਂ ਦੇ ਵਿੱਚ ਵਰਕਰਸ ਨੂੰ ਇੱਥੇ ਬੁਲਾਇਆ ਜਾਏਗਾ? ਕਿ ਕਿਸ ਤਰ੍ਹਾਂ ਚੱਲ ਰਿਹਾ ਇਮੀਗ੍ਰੇਸ਼ਨ ਦੇ ਨਾਲ? ਜੀ ਬਿਲਕੁਲ, ਜਿਹੜੀ ਵਰਕਰ ਸ਼ਾਰਟੇਜ ਆਉਣੀ ਸੀ ਉਹ ਗਵਰਨਮੈਂਟ ਨੂੰ ਵੀ ਪਤਾ ਸੀ, ਐਕਸਪੈਕਟਡ ਸੀ, ਬਿਕਾਜ਼ ਜਦੋਂ ਇਕੋਨਮੀ ਬੂਮ ਕਰ ਰਹੀ ਹੁੰਦੀ ਹੈ ਤੇ ਫਿਰ ਉਹ ਬਾਉਂਸ ਬੈਕ ਕਰਦੀ ਹੈ। ਸੋ ਗਵਰਨਮੈਂਟ ਨੇ ਕੀ ਕੀਤਾ ਸੀਗਾ, ਬਹੁਤ ਸਾਰਾ ਪੈਸਾ ਜਿਹੜਾ ਟ੍ਰਿਲੀਅਨਸ ਆਫ ਡਾਲਰ ਪ੍ਰਿੰਟ ਕੀਤਾ ਔਰ ਲੋਕਾਂ ਨੂੰ ਫੜਾਤਾ। ਸੋ ਜਦੋਂ ਤੁਸੀਂ ਟ੍ਰਿਲੀਅਨਸ ਆਫ ਡਾਲਰ ਪ੍ਰਿੰਟ ਕਰਕੇ ਲੋਕਾਂ ਨੂੰ ਫੜਾਉਂਦੇ ਹੋ, ਨਾਟ ਓਨਲੀ ਕੈਨੇਡਾ, ਕਈ ਹੋਰ ਕੰਟਰੀਜ਼ ਵੀ ਸੀਗੀਆਂ, ਤਾਂ ਉਹ ਇੱਕ ਨੈਚੁਰਲ ਫਿਨੋਮੀਨਾ ਹੈਗਾ। ਜਦੋਂ ਲੋਕਾਂ ਦੇ ਹੱਥ 'ਚ ਪੈਸਾ ਆਉਂਦਾ ਔਰ ਫ੍ਰੀ ਦਾ ਪੈਸਾ ਆਉਂਦਾ ਤਾਂ ਫਿਰ ਇਕੋਨਮੀ ਦੇ ਵਿੱਚ ਉਹ ਬਾਉਂਸ ਬੈਕ ਕਰਦੀ ਹੈ। ਸੋ ਉਹੀ ਬਾਉਂਸ ਬੈਕ ਕੈਨੇਡਾ ਦੇ ਵਿੱਚ ਆਇਆ ਹੈਗਾ। ਸੋ ਇਹ ਬਾਉਂਸ ਬੈਕ ਦੇ ਨਾਲ ਜਿਹੜੀ ਸਭ ਤੋਂ ਬੜੀ ਦਿੱਕਤ ਰਹੀ ਉਹ ਰਹੀ ਇੰਪਲੋਇਮੈਂਟ ਨੂੰ ਲੈ ਕੇ, ਕਿਉਂਕਿ ਪਹਿਲਾਂ ਇੰਪਲੋਇਮੈਂਟ ਬਹੁਤ ਜ਼ਿਆਦਾ ਰਿਸਟ੍ਰਿਕਟਿਵ ਸੀ, ਮੀਨਿੰਗ ਕਈ ਬਿਜ਼ਨਸਿਸ ਦੇ ਉੱਤੇ ਬਹੁਤ ਰਿਸਟ੍ਰਿਕਸ਼ਨ ਲੱਗੀਆਂ ਹੋਈਆਂ ਸੀ ਵੀ ਉਹ ਕਿਸੇ ਸਮੇਂ ਦੇ ਕੁਝ ਖੁੱਲ੍ਹ ਸਕਦੇ ਨੇ, ਕਿੰਨੇ ਇੰਪਲੋਈਜ਼ ਕਿੰਨੇ ਜਿਹੜੇ ਕਲਾਇੰਟਸ ਨੇ ਉਹ ਆ ਸਕਦੇ ਨੇ, ਕਿਸ ਸਮੇਂ ਦੇ ਵਿੱਚ ਆ ਸਕਦੇ ਨੇ। ਸੋ ਬਹੁਤ ਸਾਰੀ ਰਿਸਟ੍ਰਿਕਸ਼ਨ ਸੀਗੀਆਂ। ਜਦੋਂ ਸਰਕਾਰ ਨੇ ਉਹ ਰਿਸਟ੍ਰਿਕਸ਼ਨਸ ਹਟਾਈਆਂ ਤਾਂ ਜਿਵੇਂ ਮਾਰਕੀਟ ਦੇ ਵਿੱਚ ਉਹ ਪ੍ਰੈਸ਼ਰ ਤਾਂ ਹੈਗਾ ਸੀ, ਲੋਕਾਂ ਦੀ ਜੇਬ 'ਚ ਪੈਸਾ ਹੈਗਾ ਸੀ। ਸੋ ਲੋਕ ਜਦੋਂ ਬਾਹਰ ਨਿਕਲੇ, ਚਾਹੇ ਉਹ ਰੈਸਟੋਰੈਂਟ ਸੀ ਜਾਂ ਕੋਈ ਵੀ ਇੰਡਸਟਰੀ ਸੀ, ਜਾਂ ਹੌਸਪਿਟੈਲਿਟੀ ਜਾਂ ਹੋਟਲ ਇੰਡਸਟਰੀ ਹੈ, ਟੂਰਿਜ਼ਮ ਹੈ, ਉਹ ਸਾਰਿਆਂ ਦੇ ਵਿੱਚ ਇੱਕ ਐਬਨੋਰਮਲ ਗਰੋਥ ਸੀ ਵਿਚ ਵਾਸ ਐਕਸਪੈਕਟਡ, ਉਹ ਆਉਣੀ ਸੀ। ਤੁਸੀਂ ਦੇਖਿਆ ਹੋਊਗਾ ਰੀਅਲ ਸਟੇਟ ਦੇ ਵਿੱਚ ਕਿਸ ਤਰ੍ਹਾਂ ਬਾਉਂਸ ਬੈਕ ਕੀਤਾ, ਲੋਕ ਇਹ ਸੋਚ ਨਹੀਂ ਰਹੇ ਸੀ, ਪਰ ਜਦੋਂ ਇੰਨੇ ਜ਼ਿਆਦਾ ਇਕੋਨਮੀ ਦੇ ਵਿੱਚ ਗਵਰਨਮੈਂਟ ਨੇ ਪੈਸੇ ਇਨਫਿਊਜ਼ ਕਰਤੇ ਤਾਂ ਇਹ ਨੈਚੁਰਲ ਹੈ, ਉਹ ਬਾਉਂਸ ਬੈਕ ਹੋਣਾ ਹੀ ਹੋਣਾ। ਸੋ ਨਾਓ ਜਿਹੜੀ ਇਹਦੀ ਪ੍ਰੋਬਲਮ ਹੈ, ਇਹਨੂੰ ਸੋਲਵ ਕਿਵੇਂ ਕੀਤਾ ਜਾਵੇ? ਸੋ ਗਵਰਨਮੈਂਟ ਨੇ ਕੁਝ ਨਵੀਆਂ ਪਾਲਿਸੀਜ਼ ਚਲਾਈਆਂ ਨੇ, ਜਿਵੇਂ ਕਿਸੇ ਨੂੰ ਫੋਰ ਐਗਜ਼ਾਮਪਲ ਬਿਜ਼ਨਸ 'ਚ ਤੁਸੀਂ ਵਰਕਰ ਨੂੰ ਕੈਨੇਡਾ ਦੇ ਵਿੱਚ ਸੱਦਣਾ ਤਾਂ ਤੁਹਾਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਾਂ ਫਿਰ PNP ਜਿਹੜੀ ਨੋਮੀਨੇਸ਼ਨ ਉਹ ਹਾਸਲ ਕਰਨੀ ਪੈਂਦੀ ਹੈ। ਅਨਟਿਲ ਅਨਲੈਸ ਜੇ ਵਰਕਰ ਕਿਸੇ ਕੰਟਰੀਜ਼ ਨਾਲ ਉਹਨਾਂ ਦੇ ਬਾਇਲੈਟਰਲ ਐਗਰੀਮੈਂਟ ਸਾਈਨ ਕੀਤੇ ਹੋਏ ਆ, ਜਿਹੜੀਆਂ ਕਿ ਤਕਰੀਬਨ 35 ਕੰਟਰੀਜ਼ ਨੇ ਜਿਨ੍ਹਾਂ ਨਾਲ ਕੈਨੇਡਾ ਨੇ ਸਾਈਨ ਕੀਤਾ ਹੋਇਆ, ਉਹਨਾਂ ਦਾ ਜਿਹੜਾ ਪ੍ਰੋਗਰਾਮ ਕੋਈ ICE ਜਿਹੜਾ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਹੈ, ਉਹਦੇ ਰਾਹੀਂ ਜੇ ਕੋਈ ਵਰਕਰ ਆ ਰਿਹਾ ਉਹਨੂੰ ਜੌਬ ਆਫਰ ਦੀ ਜ਼ਰੂਰਤ ਨਹੀਂ ਹੁੰਦੀ ਜੇ ਉਹਨਾਂ ਨੇ ਕੈਨੇਡਾ ਦਾ ਦਾਖਲ ਹੋਣਾ। ਬਟ ਅਦਰ ਦੈਨ ਦੈਟ ਹਰੇਕ ਇੰਡੀਵਿਜੂਅਲ ਜਿਹਨੇ ਕੈਨੇਡਾ ਦੇ ਵਿੱਚ ਦਾਖਲ ਹੋਣਾ, ਚਾਹੇ ਉਹਨੂੰ PNP ਚਾਹੀਦੀ ਹੈ ਜਾਂ LMI ਚਾਹੀਦੀ ਹੈ। ਸੋ ਗਵਰਨਮੈਂਟ ਨੇ ਜਿਹੜਾ ਚੇਂਜ ਲਿਆਂਦਾ ਇਹ ਚੀਜ਼ ਨੂੰ ਦੇਖਦੇ ਹੋਏ, ਹੁਣ ਉਹਦੇ ਵਿੱਚ ਕਈ ਜਿਹੜੇ ਕੰਟਰੀਜ਼ ਦੇ ਵਰਕਰਸ ਨੇ ਉਹਨਾਂ ਨੂੰ ਐਗਜ਼ੈਂਪਟ ਕੀਤਾ, ਉਹ ਬਿਨਾਂ LMIA ਤੋਂ ਲਏ ਸਿਰਫ ਜੌਬ ਆਫਰ ਦੇ ਬੇਸ ਤੇ ਐਂਟਰ ਕਰ ਸਕਦੇ ਨੇ। ਤਾਂ ਕੈਨੇਡਾ ਆਉਣ ਤੋਂ ਬਾਅਦ ਉਹ ਆਪਣੀ ਪਰਮਨੈਂਟ ਇਮੀਗ੍ਰੇਸ਼ਨ ਵੀ ਫਾਈਲ ਕਰ ਸਕਦੇ ਨੇ। ਸੋ ਸਭ ਤੋਂ ਬੜਾ ਤਾਂ ਚੇਂਜ ਇਹੀ ਹੈ, ਜਿਹਦੇ ਵਿੱਚ ਹਿੰਦੁਸਤਾਨ ਨੂੰ ਕੋਈ ਪ੍ਰਿਵਿਲੇਜ ਜਾਂ ਬੈਨੀਫਿਟ ਨਹੀਂ ਮਿਲ ਰਿਹਾ। ਹਿੰਦੁਸਤਾਨ ਵਰਕਰ ਤੋਂ ਜਾਂ ਜਿਹੜੀ ਹਿੰਦੁਸਤਾਨ ਜਾਂ ਇੰਡੀਅਨ ਨੈਸ਼ਨੈਲਿਟੀ ਹੈ ਉਹਨਾਂ ਦੇ ਵਰਕਰਸ ਨੂੰ ਹਾਲੇ ਵੀ LMIA ਲੈ ਕੇ ਹੀ ਕੈਨੇਡਾ ਆਉਣਾ ਪਏਗਾ। ਔਰ ਸੈਕਿੰਡ ਜਿਹੜੀ ਪ੍ਰੋਬਲਮ ਸੀ, ਕਾਫੀ ਇੰਪਲੋਇਰਸ ਨੂੰ ਇਹ ਇਸ਼ੂ ਰਿਹਾ ਜਦੋਂ LMIA ਫਾਈਲ ਕਰਦੇ ਨੇ, ਬਹੁਤ ਵਾਰ ਉਹਨਾਂ ਦਾ ਫਾਈਲ ਨੰਬਰ ਇਸ਼ੂ ਨਹੀਂ ਹੁੰਦਾ, ਜੌਬ ਬੈਂਕ ਦੇ ਵਿੱਚ ਕੋਈ ਪ੍ਰੋਬਲਮ ਰਹਿੰਦੀ ਹੈ, ਜਾਂ ਈਵਨ ਉਹਨਾਂ ਦੀ ਐਪਲੀਕੇਸ਼ਨ ਚੱਲ ਰਹੀ ਹੈ, 8 ਹਫ਼ਤੇ ਦਾ ਉਹਨਾਂ ਨੂੰ ਸਮਾਂ ਲੱਗਦਾ ਇੱਕ ਐਵਰੇਜ ਐਪਲੀਕੇਸ਼ਨ ਨੂੰ ਪ੍ਰੋਸੈਸ ਹੋਣ ਦੇ ਵਿੱਚ, ਉਹਨਾਂ ਨੂੰ ਸਾਲ ਦਾ ਸਮਾਂ ਹੋ ਗਿਆ। ਤਾਂ ਸਰਵਿਸ ਕੈਨੇਡਾ ਉਹਨਾਂ ਨੂੰ ਕੋਈ ਹੈਲਪ ਨਹੀਂ ਕਰਦਾ। ਸਰਵਿਸ ਕੈਨੇਡਾ ਸਿਰਫ ਐਂਡ ਸਿਰਫ ਇੱਕ ਕਸਟਮਰ ਸਰਵਿਸ ਯੂਨਿਟ ਬਣਿਆ ਹੋਇਆ, ਜਿੱਥੇ ਇੱਕ ਸਟੈਂਡਰਡ ਇੱਕ ਨੰਬਰ ਮਿਲਿਆ, ਕੈਨੇਡਾ ਤੁਸੀਂ ਕਿਤੇ ਵੀ ਹੋ, ਤੁਸੀਂ ਇੰਪਲੋਇਰ ਹੋ, ਤੁਸੀਂ ਉਸ ਨੰਬਰ 'ਤੇ ਕਾਲ ਕਰਨਾ। ਤਾਂ ਵੋਲਿਊਮ ਆਫ ਕਾਲਸ ਇੰਨੀਆਂ ਜ਼ਿਆਦਾ ਨੇ ਵੀ ਜਿੱਥੇ ਇੰਪਲੋਇਰ ਨੂੰ ਆਪਣਾ ਡੇਢ ਘੰਟਾ ਲਾਉਣਾ ਪੈਂਦਾ। ਸੋ ਸਰਕਾਰ ਜਿਹੜੀ ਕਸਟਮਰ ਸਰਵਿਸ ਆ ਉਹ ਐਕਚੁਅਲੀ ਸਰਵਿਸ ਨਹੀਂ ਮਿਲਦੀ ਹੈਗੀ ਕਲਾਇੰਟ ਨੂੰ। ਔਰ ਸਭ ਤੋਂ ਹੀ ਪਹਿਲਾਂ ਜਿਹੜਾ ਉਹਨਾਂ ਨੂੰ ਵਾਰਨਿੰਗ ਮਿਲਦੀ ਹੈ ਜਦੋਂ ਫੋਨ ਕਰਦੇ ਨੇ
ਵੀ ਜੇ ਉਹਨਾਂ ਦੀ ਲੈਂਗੁਏਜ ਅਬਿਊਜ਼ਿਵ ਤੇ ਐਗਰੈਸਿਵ ਹੈ ਤਾਂ ਫੋਨ ਡਿਸਕਨੈਕਟ ਕਰ ਦੇਣਗੇ, ਫਿਰ ਉਹ ਸਰਵਿਸ ਵੀ ਨਹੀਂ ਦੇਣਗੇ। ਸੋ ਉਹਦੇ ਵਿੱਚ ਬਹੁਤ EMPLOYERS ਹੈ ਜਿਹੜੇ ਸਟਰਗਲ ਕਰ ਰਹੇ ਨੇ ਜੀ। ਤਾਂ ਉਹਦਾ ਤਰੀਕਾ ਇਹ ਨਹੀਂ ਹੈਗਾ ਵੀ ਤੁਸੀਂ ਕਸਟਮਰ ਸਰਵਿਸ ਕੋਲ ਜਾਓ। ਕਸਟਮਰ ਸਰਵਿਸ ਇੱਕ ਪ੍ਰੋਸੈਸ ਬਣਾਇਆ ਸਰਕਾਰ ਨੇ ਜੀ, ਜਿਹੜਾ ਕਿ ਤੁਹਾਨੂੰ ਦੇਖਣ ਨੂੰ ਲੱਗਦਾ ਵੀ ਸਰਵਿਸ ਹੈ, ਪਰ ਉਹ ਸਰਵਿਸ ਹੁੰਦੀ ਨਹੀਂ ਹੈ। ਤਾਂ ਉਹਨਾਂ ਨੂੰ ਸਿਰਫ ਇੱਕੋ ਗੱਲ ਤੇ ਲਿਆਂਦਾ ਜਾ ਸਕਦਾ ਜਾਂ ਸਵਾਲ ਪੁੱਛੇ ਜਾ ਸਕਦੇ ਨੇ ਜੇ ਤੁਸੀਂ ਕੈਨੇਡਾ ਦੇ ਕੋਰਟ ਦੇ ਵਿੱਚ ਜਾਂਦੇ ਹੋ। ਓਕੇ। ਕੋਰਟ 'ਚ ਜਾ ਕੇ ਤੁਸੀਂ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ ਜੇ ਤੁਹਾਡੇ ਐਪਲੀਕੇਸ਼ਨ ਨੂੰ ਬਹੁਤ ਸਮਾਂ ਲਗਾਤਾ ਹੈ ਸਰਕਾਰ ਨੇ, ਤੁਹਾਡੇ ਤੋਂ ਫੀਸ ਵੀ ਲੈ ਲਈ ਹੈ ਜੀ, ਔਰ ਪ੍ਰੋਸੈਸ ਨਹੀਂ ਕਰ ਰਹੇ, ਤਾਂ ਬਿਲਕੁਲ ਜੇ ਕੋਈ ਇਹੋ ਜਿਹਾ ਤੁਹਾਨੂੰ ਅਨਫੇਵਰੇਬਲ ਸਰਕਮਸਟੈਂਸਸ ਨੇ, ਤੁਹਾਨੂੰ ਵਰਕਰ ਦੀ ਅਤਿਅੰਤ ਜ਼ਰੂਰਤ ਹੈ ਕੈਨੇਡਾ ਦੇ ਵਿੱਚ, ਤੁਸੀਂ ਬਿਜ਼ਨਸ 'ਚ ਇਨਵੈਸਟ ਕਰੀ ਬੈਠੇ ਹੋ, ਤਾਂ ਆਪਦਾ ਤੁਸੀਂ ਸਾਰਾ ਕੁਝ ਖੋਲ੍ਹੀ ਬੈਠੇ ਹੋ ਤੇ ਤੁਹਾਡੇ ਕੋਲ ਵਰਕਰ ਨਹੀਂ ਹੈ, ਤਾਂ ਫਿਰ ਤੁਹਾਨੂੰ ਬਿਜ਼ਨਸ ਸਰਵਾਈਵ ਕਰਨਾ ਵੀ ਤੁਹਾਨੂੰ ਮੁਸ਼ਕਿਲ ਹੋਇਆ ਤਾਂ ਡੈਫੀਨਿਟਲੀ ਤੁਸੀਂ ਜਿਹੜਾ ਹੈਗਾ ਕੋਰਟ ਦਾ ਰਸਤਾ ਅਪਣਾਇਆ ਕਰੋ, ਨਾ ਕਿ ਕਸਟਮਰ ਸਰਵਿਸ ਨੂੰ ਬੈਕ ਕਰਿਆ ਕਰੋ। ਬਿਲਕੁਲ। ਤਾਂ ਉਹ ਫਿਰ ਤੁਹਾਨੂੰ ਸਟੈਂਡਰਡ ਆਨਸਰ ਹੀ ਮਿਲਦਾ ਵੀ ਤੁਸੀਂ ਵੇਟ ਕਰੋ, ਤੁਹਾਨੂੰ ਕੋਈ ਕਾਲ ਕਰੇਗਾ, ਉਹ ਕਾਲ ਕਦੇ ਆਉਂਦੀ ਨਹੀਂ ਹੈ ਟੂ ਬੀ ਆਨੈਸਟ, ਕਿਉਂਕਿ ਨੰਬਰ ਆਫ ਐਪਲੀਕੇਸ਼ਨਸ ਹੀ ਇੰਨੀਆਂ ਨੇ। ਸੋ ਜਿਹੜਾ ਲੇਟੈਸਟ ਡਾਟਾ ਹੈਗਾ, ਜਿਵੇਂ ਸਤੰਬਰ ਮਹੀਨੇ ਦੇ ਵਿੱਚ ਕੈਨੇਡਾ ਦਾ ਜਿਹੜਾ ਵੈਕੈਂਸੀ ਰੇਟ ਹੈ, ਜਿਹੜਾ ਕਿ ਹੁੰਦਾ ਨਹੀਂ ਹੈ ਜਨਰਲੀ, 1 ਮਿਲੀਅਨ ਕ੍ਰਾਸ ਕਰ ਗਿਆ। ਸਹੀ। ਤਾਂ ਅਗਲੇ ਸਾਲ ਤੁਸੀਂ ਦੇਖਿਓ ਸਟੈਟਸ ਜਿਹੜੇ ਨੇ, ਇਹ ਮੈਂ ਗੱਲ ਕਰ ਰਿਹਾ ਹੁਣ ਕ੍ਰਿਸਮਸ ਦੀ, ਕਈ ਬਿਜ਼ਨਸ ਸਪੈਸ਼ਲੀ ਰਿਟੇਲ ਇੰਡਸਟਰੀ ਹੈ ਉਹਦੇ 'ਚ ਬਿਲਕੁਲ ਪ੍ਰਾਈਮ ਟਾਈਮ ਹੈ, ਸੇਮ ਵੇਅਰ ਹਾਊਸਿੰਗ ਹੈ, ਬਿਲਕੁਲ ਆ ਪ੍ਰਾਈਮ ਟਾਈਮ ਹੈ। ਤੁਸੀਂ ਅਗਲੇ ਦਫਾ ਜਿਵੇਂ ਬਿਫੋਰ ਕ੍ਰਿਸਮਸ ਦੇਖਿਓ ਜਿਹੜੀ ਵੈਕੈਂਸੀ ਰੇਟ ਹੈ, ਇਹ ਸਤੰਬਰ ਸੀ, ਨਵੰਬਰ ਸ਼ਾਇਦ 1.5 ਮਿਲੀਅਨ ਵੀ ਕ੍ਰਾਸ ਕਰ ਜਾਏ। ਇੰਨੀ ਡੈਸਪਰੇਸ਼ਨ ਹੈ EMPLOYERS ਦੇ ਵਿੱਚ ਵਰਕਰਸ ਨੂੰ ਹਾਇਰ ਕਰਨ ਦੇ ਲਈ। ਸੈਕੰਡ ਪ੍ਰੋਬਲਮ EMPLOYERS ਦੀ ਸਭ ਤੋਂ ਬੜੀ ਜਿਹੜੀ ਦਿੱਕਤ ਹੈ, ਪਰਫੈਕਟ ਬੈਲੈਂਸ ਬਣਾਉਣਾ। ਜੀ। ਹੁੰਦਾ ਕੀ ਹੈ, ਜਦੋਂ ਵੈਕੈਂਸੀ ਰੇਟ ਇੰਨਾ ਹਾਈ ਹੋ ਜਾਂਦਾ ਹੈ, ਸੋ ਜਿਹੜੇ EMPLOYEES ਨੇ ਉਹਨਾਂ ਦੀ ਜਿਹੜੀ ਡਿਮਾਂਡ ਹੈ ਬਹੁਤ ਵੱਧਦੀ ਹੈ। ਸੋ ਜਦੋਂ ਵੀ ਪ੍ਰਾਈਸ ਜਿਹੜੀ ਹੈ ਉਹ ਕੰਟਰੋਲ ਹੁੰਦੀ ਹੈ ਥਰੂ ਡਿਮਾਂਡ ਐਂਡ ਸਪਲਾਈ। ਜਦੋਂ ਡਿਮਾਂਡ ਇੰਨੀ ਹਾਈ ਹੋ ਗਈ ਔਰ ਸਪਲਾਈ ਦੀ ਸ਼ਾਰਟੇਜ ਹੈ, ਤਾਂ ਬਿਲਕੁਲ ਜਿਹੜੀ ਸੈਲਰੀਜ਼ ਨੇ ਉਹ ਵਧਣਗੀਆਂ। ਸੋ ਜਿਵੇਂ EMPLOYERS ਨੂੰ ਹੋਰ ਸੈਲਰੀ ਦੇ ਕੇ ਆਫਰ ਕਰਨਾ ਪਊਗਾ। ਸੋ ਕਈ ਦਫਾ ਇਹ ਹੁੰਦਾ ਵੀ EMPLOYER ਜਿਹੜਾ ਪਰਫੈਕਟ ਬੈਲੈਂਸ ਨਹੀਂ ਲੈ ਪਾਉਂਦਾ, ਕਿਉਂਕਿ ਕਲਾਇੰਟ ਤਾਂ ਉਹਨੂੰ ਰਿਸਟ੍ਰਿਕਟ ਕਰਦਾ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਰੈਸਟੋਰੈਂਟ ਜਾਂਦੇ ਹੋ, ਤਾਂ ਰੈਸਟੋਰੈਂਟ ਜਾ ਕੇ ਤੁਸੀਂ ਕੋਈ ਚੀਜ਼ ਬਾਏ ਕਰਦੇ ਹੋ, ਡਿਨਰ ਕਰਦੇ ਹੋ, ਤੁਸੀਂ ਐਕਸਪੈਕਟ ਕਰਦੇ ਹੋ ਵੀ 2 ਜਾਣੇ ਸਾਡਾ ਜਿਹੜਾ ਬਿੱਲ ਹੈ ਉਹ $100 ਆਏਗਾ ਵਿਦ ਸਾਰੀ ਗ੍ਰੈਚੁਟੀ ਪਾ ਕੇ ਸਾਰਾ ਕੁਝ, ਰਾਈਟ। ਪਰ ਜਦ ਤੁਹਾਨੂੰ ਉਹ ਬਿੱਲ ਦੇਖਣ ਨੂੰ ਮਿਲੇਗਾ $150, ਸ਼ਾਇਦ ਤੁਸੀਂ ਉਹ ਰੈਸਟੋਰੈਂਟ ਦੁਬਾਰਾ ਨਾ ਜਾਓ। ਇਹ ਪੋਸੀਬਲ ਹੈ ਬਿਕੋਜ਼ ਤੁਹਾਡੀ ਐਕਸਪੈਕਟੇਸ਼ਨ ਤੋਂ ਬਾਹਰ ਚਲੇਗੀ। ਪਰ ਜਿਹੜਾ ਰੈਸਟੋਰੈਂਟ ਓਨਰ ਹੈ ਉਹਨੇ ਇਵੈਂਚੁਅਲੀ ਉਹ ਬਿੱਲ ਕਰਨਾ ਹੈ ਟੂ ਅ ਕਲਾਇੰਟ। ਸੋ ਜਿਹੜੀ ਇਨਫਲੇਸ਼ਨ ਹੈ ਉਹ ਦੇਖਿਓ ਤੁਸੀਂ ਕਿਸ ਹਿਸਾਬ ਨਾਲ ਜਾਏਗੀ। ਸਰਕਾਰ ਉਹ ਨੰਬਰ ਛੇਤੀ ਰਿਲੀਜ਼ ਨਹੀਂ ਕਰੇਗੀ ਬਿਕੋਜ਼ ਉਹਦੇ ਨਾਲ ਬਹੁਤ ਬੜਾ ਹੰਗਾਮਾ ਖੜਾ ਹੋਏਗਾ ਵੀ ਇਨਫਲੇਸ਼ਨ ਇੰਨਾ ਵੱਧ ਗਿਆ। ਸੋ ਇਹ ਜਿਹੜਾ ਸਾਰਾ ਕੁਝ ਹੈ ਮੈਂ ਐਕਸਪਲੇਨ ਕਰਨ ਦਾ ਮੇਰਾ ਪਰਪਸ ਇਹ ਹੈਗਾ ਵੀ ਇਮੀਗ੍ਰੇਸ਼ਨ ਇੱਕ ਬਹੁਤ ਹੀ ਬੜਾ ਸੋਲੂਸ਼ਨ ਹੈ ਇਹ ਸਾਰੀਆਂ ਪ੍ਰੋਬਲਮਸ ਨੂੰ ਲੈ ਕੇ। ਜੀ। ਜਿੱਥੋਂ ਸਰਕਾਰ ਨੂੰ ਵੀ ਇਹ ਚੀਜ਼ ਪਤਾ ਹੈ ਵੀ ਜਦੋਂ ਵੀ ਕੈਨੇਡਾ ਨੂੰ ਜ਼ਰੂਰਤ ਪਈ ਹੈ ਤਾਂ ਉਹਨਾਂ ਨੇ ਹੈੱਡ ਕਾਊਂਟ ਨੂੰ ਵਧਾਇਆ। ਹੈੱਡ ਕਾਊਂਟ ਵਧਾਉਣ ਦਾ ਬਰਥ ਰੇਟ ਤਾਂ ਕੈਨੇਡਾ ਦਾ ਨਹੀਂ ਵਧ ਰਿਹਾ, ਉਹ ਤਾਂ ਸੇਮ ਪਰਸੈਂਟੇਜ ਨਾਲ ਹੀ ਚੱਲੇਗਾ। ਸੋ ਹੈੱਡ ਕਾਊਂਟ ਵਧਾਉਣ ਦਾ ਓਨਲੀ ਤਰੀਕਾ ਹੈਗਾ ਵੀ ਹਿਊਮਨ ਰਿਸੋਰਸ ਨੂੰ ਟਰਾਂਸਪੋਰਟ ਕਰ ਲਓ, ਜਿਹੜਾ ਬਾਹਰ ਤੋਂ ਲਿਆ ਕੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੈ ਆਓ, ਤਾਂ ਫਿਰ ਇਕਨੋਮੀ ਜਿਹੜੀ ਉਹ ਸਟੇਬਲ ਹੋਏਗੀ। ਅਦਰਵਾਈਜ਼ ਜਿਹੜੀ ਇਨਸਟੇਬਿਲਿਟੀ ਹੈ ਹਾਲੇ ਤੁਹਾਨੂੰ ਵਿਜ਼ੀਬਲ ਨਹੀਂ ਹੈ, ਪਰ ਬਹੁਤ ਜਲਦੀ ਇਹ ਵਿਜ਼ੀਬਲ ਹੋਣ ਲੱਗ ਜਾਏਗੀ। ਜੀ। ਸੋ ਤੁਸੀਂ ਬੜੇ ਵਧੀਆ ਤਰ੍ਹਾਂ ਨਾਲ ਐਕਸਪਲੇਨ ਕੀਤਾ ਕਿ ਕੀ ਹੋ ਰਿਹਾ ਹੈ, ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਇਹ ਇੱਕ ਨਾ ਉਹ ਸਿਚੁਏਸ਼ਨ ਹੈ ਜਿਹੜੀ ਕਿਸੇ ਨੂੰ ਨਹੀਂ ਪਤਾ ਸੀਗੀ। ਹੁਣ ਉਸ ਸਿਚੁਏਸ਼ਨ ਦੇ ਵਿੱਚ ਅੱਗੇ ਦੀ ਅੱਗੇ ਹੋਰ ਚੀਜ਼ਾਂ ਜੁੜ ਰਹੀਆਂ ਨੇ। ਅਸੀਂ ਦੇਖ ਰਹੇ ਹਾਂ ਕਿ ਵਰਕਰ ਸ਼ਾਰਟੇਜ ਇੰਨੀ ਜ਼ਿਆਦਾ ਆ ਗਈ ਹੈ ਕਿ ਇੱਥੇ ਵਾਲੇ ਲੋਕ ਜਿਹੜੇ ਨੇ ਉਹ ਵੀ ਵਿੱਚ ਕਹਿ ਰਹੇ ਨੇ ਕਿ ਸਾਨੂੰ ਜੌਬਸ ਨਹੀਂ ਮਿਲ ਰਹੀਆਂ, ਪਰ ਉਸ ਤੋਂ ਜ਼ਿਆਦਾ ਜਿਹੜੇ EMPLOYER ਹੈਗੇ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਜਿਹੜੇ ਵਰਕਰ ਹੈ ਜਿਹੜੇ ਮਿਲ ਨਹੀਂ ਰਹੇ, ਸਾਨੂੰ ਕਿਤੋਂ ਹੋਰੋਂ ਲਿਆਉਣੇ ਪੈਂਦੇ। ਹੁਣ ਸਾਨੂੰ ਡਿਫਾਈਨ ਕਰਕੇ ਦੱਸੋ ਕਿ ਇੱਕ ਤਾਂ ਲੇਬਰ ਜੌਬ ਹੋ ਗਈ, ਇੱਕ ਸਕਿਲਡ ਹੋ ਗਏ। ਹੁਣ ਸਕਿਲਡ ਵਰਕਰਸ ਵੀ ਜਿਹੜੇ ਨੇ ਉਹ LMIO ਤੋਂ ਬਿਨਾਂ ਐਪਲੀਕੇਸ਼ਨ ਲਗਾ ਸਕਦੇ ਨੇ? ਜੀ ਬਿਲਕੁਲ। ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਹੈ ਉਹਦੇ ਵਿੱਚ ਤਕਰੀਬਨ ਇਹ 20 ਕੰਟਰੀਜ਼ ਨੇ। ਓਕੇ। ਐਕਸੈਪਟ ਇੰਡੀਆ ਆਫ ਕੋਰਸ, ਐਕਸੈਪਟ ਇੰਡੀਆ, ਜਿਹਦੇ ਵਿੱਚ ਸਿਰਫ ਐਂਡ ਸਿਰਫ EMPLOYER ਨੇ ਜੌਬ ਆਫਰ ਸਾਈਨ ਕਰਨੀ ਹੈ। ਸੋ ਜੇ ਕੰਟਰੀ ਉਸ ਨੈਸ਼ਨੈਲਿਟੀ ਦਾ ਇੰਡੀਵਿਜੂਅਲ ਹੈ ਤਾਂ ਕਿਤੇ ਵੀ ਰਹਿ ਰਿਹਾ ਕੈਨੇਡਾ 'ਚ ਜਾਂ ਕੈਨੇਡਾ ਤੋਂ ਬਾਹਰ, ਤਾਂ ਉਹਨਾਂ ਨੂੰ ਸਿਰਫ ਜੌਬ ਆਫਰ ਸਾਈਨ ਕਰਕੇ ਦੇਣੀ ਹੈ। ਤਾਂ ਉਹ ਜੇ ਜੌਬ ਆਫਰ ਦੇ ਬੇਸਿਸ 'ਤੇ ਉਹਨਾਂ ਨੇ ਐਪਲੀਕੇਸ਼ਨ ਫਾਈਲ ਕਰ ਦੇਣੀ ਹੈ, ਜਿਹਦੇ ਵਿੱਚ EMPLOYER ਨੇ ਸਿਰਫ ਆਪਣਾ ਇੱਕ ਕੰਪਲਾਇੰਸ ਵਾਲਾ ਜਿਹੜਾ ਐਪਲੀਕੇਸ਼ਨ ਫੀਸ ਹੈ ਉਹੀ ਭਰਨੀ ਹੈ। ਤਾਂ ਉਹਨਾਂ ਨੂੰ ਜਿਹੜਾ ਵਰਕਰ ਹੈ ਸਰਕਾਰ 2 ਤੋਂ 2.5 ਹਫ਼ਤੇ ਦਾ ਸਮਾਂ ਜਾਂ
ਵੱਧ ਤੋਂ ਵੱਧ 30 ਦਿਨ ਦਾ ਸਮਾਂ ਜਿਹੜਾ ਡਿਪੈਂਡਿੰਗ ਅਪਨ ਵੀਜ਼ਾ ਪੋਸਟ ਕਿਹੜੀ ਹੈ, ਤਾਂ 30 ਦਿਨਾਂ ਦਾ ਸਮਾਂ ਲੱਗੇਗਾ ਜਦੋਂ ਵਰਕਰ ਉਹਨਾਂ ਦੇ ਡੋਰ ਸਟੈਪ ਤੇ ਆ ਸਕੇਗਾ। ਸੋ ਇਹ ਸਹੂਲਤ ਸਭ ਤੋਂ ਬੜੀ ਹੈ। ਸੋ ਜਿਹੜੇ EMPLOYERS ਨੇ ਇਹਨਾਂ ਨੂੰ ਵੀ ਥੋੜਾ ਆਊਟਸਾਈਡ ਦਾ ਬਾਕਸ ਸੋਚਣਾ ਪਏਗਾ। ਸੋ ਇਹ ਨਾ ਸੋਚਣ ਵੀ ਮੇਰਾ ਬਿਜ਼ਨਸ, ਹਾਂ ਡਿਪੈਂਡਿੰਗ ਅਪਨ ਬਿਜ਼ਨਸ ਕਿਹਾ ਜਾਏ, ਹੁਣ ਜੇ ਕਿਸੇ ਦਾ ਇੰਡੀਅਨ ਡਰੈਸ ਮੇਕਰ ਦਾ ਬਿਜ਼ਨਸ ਹੈ ਉਹ ਤਾਂ ਫਿਰ ਆਫ ਕੋਰਸ ਤੁਹਾਨੂੰ ਸਪੈਸ਼ਲਾਈਜ਼ਡ ਲੇਬਰ ਚਾਹੀਦੀ ਹੈ। ਪਰ ਜੇ ਕੋਈ ਬਿਜ਼ਨਸ ਹੈ ਅੱਜ ਜਿੱਥੇ ਤੁਸੀਂ ਅਦਰ ਦੈਨ ਇੰਡੀਅਨ ਨੂੰ ਵੀ ਹਾਇਰ ਕਰ ਸਕਦੇ ਹੋ ਤਾਂ ਬਿਲਕੁਲ ਓਪਰਚੁਨਿਟੀ ਦੇਣੀ ਚਾਹੀਦੀ ਹੈ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇੱਕ ਕਿਸੇ ਪਰਟੀਕੂਲਰ ਨੈਸ਼ਨੈਲਿਟੀ ਦੇ ਵਰਕਰ ਲਈ ਤੁਸੀਂ ਵੇਟ ਕਰ ਰਹੇ ਹੋ, ਔਰ ਉੱਥੇ ਜਿਹੜਾ ਸਮਾਂ ਹੈਗਾ ਉਹ ਸਾਲ, 1.5 ਸਾਲ ਜਾਂ 2 ਸਾਲ ਵੀ ਲੱਗ ਸਕਦੇ ਆ, ਕਿਉਂਕਿ ਪਰਸੈਂਟੇਜ ਜਿਹੜਾ ਅਪਰੂਵਲ ਰੇਟ ਹੈ ਉਹ ਵੀ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਰਿਲੀਜ਼ ਨਹੀਂ ਕੀਤਾ, ਹੁਣ ਕੀਤਾ ਜਾ ਕੇ, ਜਿਹਦੇ ਵਿੱਚ ਸਿਰਫ 38% ਹੈ ਅਪਰੂਵਲ ਰੇਟ ਇੰਡੀਆ ਤੋਂ। ਮੀਨਿੰਗ ਸਰਕਾਰ ਬਹੁਤ ਸੌਖੇ ਤਰੀਕੇ ਨਾਲ ਰਿਫਿਊਜ਼ਲ ਕਰ ਦਿੰਦੀ ਹੈ ਐਪਲੀਕੇਸ਼ਨ। ਇਹ ਮੈਂ ਉਹ ਐਪਲੀਕੇਸ਼ਨਸ ਕਹਿ ਰਹੀ ਜਿਹੜੀ ਗੁੱਡ ਐਪਲੀਕੇਸ਼ਨ ਨੇ, ਕਿਉਂਕਿ ਜਿਹੜੇ ਕੰਸਲਟਿੰਗ ਬਿਜ਼ਨਸ ਆ ਜਾਂ ਲਾਇਰਸ ਨੇ ਉਹ ਵੀ ਬਹੁਤ ਜ਼ਿਆਦਾ ਟ੍ਰੇਨ ਹੋ ਗਏ ਸਾਰੇ ਪ੍ਰੋਸੈਸ ਨੂੰ ਦੇਖਦੇ ਹੋਏ ਵੀ ਵਰਕ ਪਰਮਿਟ ਲਈ ਕਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ, ਕਿਉਂਕਿ ਐਵਰੀ ਡੇ ਬੰਦੇ ਲਰਨ ਕਰਦੇ ਆ। ਸੋ ਜਦੋਂ ਇੰਨੀ ਜ਼ਿਆਦਾ ਮੈਚਿਓਰ ਹੋਵੇ ਕੋਈ ਇੰਡਸਟਰੀ ਤਾਂ ਉਹ ਐਪਲੀਕੇਸ਼ਨ ਫਾਈਲ ਕਰ ਰਹੀ ਹੋਵੇ ਤਾਂ ਆਬਵੀਅਸਲੀ ਉਹ ਦੇਖ ਕੇ ਕਰੇਗੀ ਵੀ ਇਹ ਐਪਲੀਕੇਸ਼ਨ ਰਿਫਿਊਜ਼ ਨਾ ਹੋਵੇ। ਪਰ ਸਰਕਾਰ ਉੱਥੋਂ ਇੱਕ ਸਟੈਂਡਰਡ ਰੀਜ਼ਨ ਲੱਭਦੀ ਹੈ, ਸੈਕਸ਼ਨ 179 ਜਿਹੜਾ ਕਿ ਬਹੁਤ ਵਾਈਡਲੀ ਯੂਜ਼ ਕੀਤਾ ਜਾਂਦਾ, ਜਿਹਦੇ 'ਚ ਵੀਜ਼ਾ ਆਫਿਸਰ ਸਿਰਫ ਐਂਡ ਸਿਰਫ ਉਹਨੂੰ ਯੂਜ਼ ਕਰਦਾ ਐਜ਼ ਅ ਟੂਲ ਜੇ ਉਹਨੂੰ ਲੱਗਦਾ ਵੀ ਔਨ ਰੀਜ਼ਨੇਬਲ ਗਰਾਊਂਡ ਵੀ ਇਹ ਬੰਦਾ ਕੈਨੇਡਾ ਜਾ ਕੇ ਵਾਪਸ ਨਹੀਂ ਆਏਗਾ, ਸਿਰਫ ਉਹਨੇ ਇੰਨਾ ਕਹਿਣਾ ਔਰ ਐਪਲੀਕੇਸ਼ਨ ਰਿਫਿਊਜ਼। ਮੋਸਟਲੀ ਇਦਾਂ ਹੀ ਹੁੰਦਾ ਜੇ ਰਿਫਿਊਜ਼ਲ ਆਉਂਦੀ ਹੈ, ਮੋਸਟਲੀ ਇਦਾਂ ਹੀ ਹੁੰਦਾ ਕਿ ਤੁਸੀਂ ਵਾਪਸ ਨਹੀਂ ਜਾਣਾ ਹੈ ਕੈਨੇਡਾ ਦੇ ਵਿੱਚ। ਨਾਓ ਸਭ ਤੋਂ ਬੜੀ ਜਿਹੜੀ ਗਲਤੀ ਹੁੰਦੀ ਹੈ ਉਹ ਗਲਤੀ ਹੁੰਦੀ ਹੈ ਵੀ ਆਪਾਂ ਉਹਨਾਂ ਨੂੰ ਬਹੁਤ ਸੌਖਾ ਛੱਡ ਦਿੰਦੇ ਡਿਸੀਜਨ ਮੇਕਰ ਨੂੰ। ਸੋ ਜਿਹੜੇ ਡਿਸੀਜਨ ਮੇਕਰਸ ਨੇ ਉਹ ਹੁਣ ਤਾਂ ਸਰਕਾਰ ਚਲੋ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਰੌਲਾ ਪੈ ਰਿਹਾ, ਇੱਕ ਸਟੈਂਡਰਡ ਪ੍ਰੋਸੀਜਰ ਯੂਜ਼ ਕਰਦੀ ਹੈ। ਐਪਲੀਕੇਸ਼ਨ ਜਿਹੜੀ ਉਹ ਸਰਕਾਰ ਕਹਿ ਰਹੀ ਹੈ ਵੀ ਨੰਬਰ ਇੰਨਾ ਬੜਾ ਹੈਗਾ ਤਾਂ ਫਿਜ਼ੀਕਲ ਤੌਰ ਤੇ ਐਪਲੀਕੇਸ਼ਨ ਦੇਖਣਾ ਫਿਰ ਡਿਸੀਜਨ ਦੇਣਾ ਔਰ ਉਹਨੇ ਸਮੇਂ 'ਚ ਦੇਣਾ ਪੋਸੀਬਲ ਨਹੀਂ, ਵਿਚ ਮੇਕ ਸੈਂਸ। ਬਟ ਉਹਦਾ ਵੀ ਇੱਕ ਤਰੀਕਾ ਹੋਣਾ ਚਾਹੀਦਾ ਵੀ ਜਿਹੜੀਆਂ ਐਪਲੀਕੇਸ਼ਨਸ ਰਿਫਿਊਜ਼ ਹੋ ਰਹੀਆਂ ਨੇ ਜਾਂ ਉਹਦਾ ਕੋਈ ਸੈਕੰਡ ਚੈੱਕ ਹੋਵੇ ਬਿਫੋਰ ਫਾਰਮਲ ਰਿਫਿਊਜ਼ਲ ਜਾਵੇ, ਯਾਰ ਉਹ ਰੈੱਡ ਫਲੈਗ ਕਰੇ। ਸਿਰਫ ਜਿਹੜਾ ਸੌਫਟਵੇਅਰ ਹੈ ਰੈੱਡ ਫਲੈਗ ਦੀ ਵਜ੍ਹਾ ਉਹ ਫਾਈਨਲ ਡਿਸੀਜਨ ਦੇ ਰਿਹਾ ਨਾ, ਜਿਹੜਾ ਇਹ ਡਿਸੀਜਨ ਮਿਲ ਰਿਹਾ ਇੰਡੀਵਿਜੂਅਲ ਨੂੰ ਇਹ ਬੇਸਿਕਲੀ ਐਕਟ ਦੀ ਕਿਸੇ ਧਾਰਾ ਦੇ ਤਹਿਤ ਉਹ ਰਿਫਿਊਜ਼ ਕੀਤਾ ਜਾ ਰਿਹਾ ਉਹ ਇੰਡੀਵਿਜੂਅਲ, ਔਰ ਕੰਪਿਊਟਰ ਨੂੰ ਡਿਸਾਈਡ ਕਰ ਰਿਹਾ। ਸੋ ਇਸ ਤਰ੍ਹਾਂ ਦਾ ਕੇਸ ਹੋ ਗਿਆ ਵੀ ਦੋ ਕੰਪਿਊਟਰਸ ਆਪਸ 'ਚ ਕੋਰਟ ਦੇ ਵਿੱਚ ਬਹਿਸ ਕਰ ਰਹੇ ਨੇ ਤਾਂ ਕੰਪਿਊਟਰ ਹੀ ਡਿਸੀਜਨ ਬਣਾ ਆਉਂਦਾ ਹੈ। ਸੋ ਇਹ ਜਿਹਦੇ ਵਿੱਚ ਕੋਈ ਵੀ ਜਿਹੜੇ ਕੰਬੀਨੇਸ਼ਨਸ ਨੇ ਉਹ ਪ੍ਰੀਸੈਟ ਕੰਬੀਨੇਸ਼ਨਸ ਨੇ ਜਿਹਨੂੰ ਹਿਊਮਨ ਨੇ ਸੈੱਟ ਕੀਤਾ ਹੋਇਆ ਹੈ ਨਾ। ਉਹ ਜਦੋਂ ਤੁਸੀਂ ਕੋਰਟ ਦੇ ਵਿੱਚੋਂ ਐਪਲੀਕੇਸ਼ਨ ਲੈ ਕੇ ਜਾਓਗੇ ਜਿਹੜੀ ਕਿ ਤੁਹਾਨੂੰ ਲੱਗਦਾ ਵੀ ਮੇਰਾ ਰਿਫਿਊਜ਼ ਨਹੀਂ ਹੋਣਾ ਚਾਹੀਦਾ ਸੀ ਜਾਂ ਤੁਹਾਡੇ ਰਿਪਰੈਜ਼ੈਂਟੇਟਿਵ ਨੂੰ ਪਤਾ ਹੈ ਵੀ ਬੜਾ ਸਟਰੋਂਗ ਕੇਸ ਸੀ, ਕੋਈ ਵੀ ਬੇਸਿਸ ਇੰਨਾ ਸਟਰੋਂਗ ਨਹੀਂ ਬਣਦਾ ਵੀ ਕੇਸ ਰਿਫਿਊਜ਼ ਹੋ ਜੇ, ਤਾਂ ਬਿਲਕੁਲ ਤੁਹਾਨੂੰ ਜਿਹੜਾ ਫੇਅਰ ਡਿਸੀਜਨ ਉਹ ਕੋਰਟ 'ਚ ਹੀ ਮਿਲੇਗਾ। ਤਾਂ ਤੁਸੀਂ ਕੋਰਟ 'ਚ ਐਪਲੀਕੇਸ਼ਨ ਕਰਨ ਤੋਂ ਬਿਲਕੁਲ ਨਾ ਝਿਜਕੋ, ਕਿਉਂਕਿ ਸਰਕਾਰ ਵੀ ਤਾਂ ਤਬਦੀਲੀ ਲਿਆਏਗੀ ਜੇ ਪਤਾ ਉਹਨਾਂ ਨੂੰ ਵੀ ਇੰਨੇ ਅਨਫੇਅਰ ਡਿਸੀਜਨਸ ਜਾ ਰਹੇ ਨੇ। ਜਦੋਂ ਕੋਈ ਇਹੋ ਜਿਹਾ ਸਟੈਟ ਹੀ ਨਹੀਂ ਹੁੰਦਾ ਅਨਫੇਅਰ ਡਿਸੀਜਨ ਦਾ, ਸਿਰਫ ਇਹ ਕਿਹਾ ਜਾਂਦਾ ਹੈ ਪਬਲਿਕਲੀ, ਆਮ ਲੋਕ ਇੱਕ ਧਾਰਨਾ ਬਣਾ ਲੈਂਦੇ ਨੇ ਵੀ ਹੁਣ ਵੀਜ਼ਾ ਮਿਲਣ ਦਾ ਸੀਜ਼ਨ ਖਤਮ ਹੋ ਗਿਆ। ਇਹੋ ਜਿਹਾ ਕੁਝ ਨਹੀਂ ਹੁੰਦਾ ਵੀ ਵੀਜ਼ੇ ਦਾ ਮਿਲਣ ਦਾ ਸੀਜ਼ਨ ਸ਼ੁਰੂ ਹੋ ਗਿਆ ਜਾਂ ਖਤਮ ਹੋ ਗਿਆ। ਤਾਂ ਉਹ ਇੱਕ ਪ੍ਰੋਸੈਸ ਹੈ ਜਿਹਨੂੰ ਤੁਸੀਂ ਵਰਤ ਸਕਦੇ ਹੋ। ਜੇ ਤੁਹਾਨੂੰ ਰਿਫਿਊਜ਼ ਕੀਤਾ ਤਾਂ ਤੁਸੀਂ 60 ਦਿਨ ਦਾ ਤੁਹਾਨੂੰ ਸਮਾਂ ਦਿੰਦੀ ਹੈ ਸਰਕਾਰ, 60 ਦਿਨਾਂ ਦੇ ਵਿੱਚ ਤੁਸੀਂ ਅਪੀਲ ਕਰੋ। ਔਰ ਸਭ ਤੋਂ ਹੈਰਾਨੀ ਦੀ ਜਿਹੜੀ ਗੱਲ ਹੈ, ਸਰਕਾਰ ਇਹ ਚੀਜ਼ ਕਦੇ ਵੀ ਰਿਫਿਊਜ਼ਲ ਲੈਟਰ ਤੇ ਲਿਖ ਕੇ ਨਹੀਂ ਭੇਜਦੀ ਵੀ ਤੁਹਾਡੇ ਕੋਲ 60 ਦਿਨ ਦਾ ਸਮਾਂ ਤੁਸੀਂ ਅਪੀਲ ਕਰੋ, ਕਿਉਂਕਿ ਇਨਕਰੇਜ ਨਹੀਂ ਕਰਨਾ ਚਾਹੁੰਦੇ ਵੀ ਤੁਸੀਂ ਜਾ ਕੇ ਉਹਨਾਂ ਨੂੰ ਕੁਐਸਚਨ ਕਰ ਸਕੋ, ਕਿਉਂਕਿ ਇਹ ਬੈਕ ਦੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਕੰਸਲਟੈਂਟ ਤੋਂ ਵੀ ਪੁੱਛ ਸਕਦੇ ਆ ਜਾ ਕੇ ਕਿ ਕੀ ਕੁਝ ਹੈਗਾ ਆ। ਹੁਣ ਕਈ ਵਾਰੀ ਅਸੀਂ ਮਾਯੂਸ ਹੋ ਜਾਂਦੇ ਕਿ ਸਾਡਾ ਰਿਫਿਊਜ਼ਲ ਆ ਗਿਆ ਤੇ ਰਿਫਿਊਜ਼ਲ ਤੋਂ ਬਾਅਦ ਅਸੀਂ ਕੀ ਕਰੀਏ, ਕਿੰਨੀ ਵਾਰੀ ਅਸੀਂ ਰਿਫਿਊਜ਼ਲ ਨੂੰ ਕਰ ਸਕਦੇ ਆ, ਕਿੰਨੀ ਵਾਰੀ ਅਸੀਂ ਜਾ ਸਕਦੇ ਆ ਕੋਰਟ ਦੇ ਵਿੱਚ। ਕਈ ਵਾਰੀ ਹੁੰਦਾ ਕਿ ਨਹੀਂ ਹੁਣ ਸਾਡੇ ਚਾਂਸਸ ਘਟ ਗਏ, ਅਸੀਂ ਫੇਰ ਦੇਖਾਂਗੇ ਜਾਂ ਕਿਸੇ ਹੋਰ ਰਾਹ ਨੂੰ ਅਪਣਾ ਲੈਂਦੇ ਆ। ਅਸੀਂ ਕਹਿੰਦੇ ਚਲੋ ਜੀ ਇਹ ਰਾਹ ਬਲੌਕ ਹੋ ਗਿਆ, ਅਸੀਂ ਕਿਸੇ ਹੋਰ ਰਾਹ ਤੇ ਚਲੇ ਜਾਂਦੇ ਆ, ਕਿਉਂ ਨਾ ਅਸੀਂ ਉਸੇ ਰਾਹ ਨੂੰ ਹੀ ਅਸੀਂ ਸੌਖਾ ਬਣਾ ਲਈਏ। ਇਹ ਵੀ ਹੋ ਸਕਦਾ ਹੈ ਕਿ ਜੇ ਅਸੀਂ ਕੋਰਟ ਜਾਂਦੇ ਆ ਤਾਂ ਉਸੇ ਰਾਹ ਨੂੰ ਤੁਸੀਂ ਹੋਰ ਈਜ਼ੀ ਕਰਕੇ ਈਜ਼ੀ ਵੇ ਦੇ ਨਾਲ ਰਿਪਰੈਜ਼ੈਂਟ ਕਰ ਦਿਓ। ਔਰ ਇੱਕ ਮੈਂ ਐਡੀਸ਼ਨ ਹੋਰ ਕਰਨਾ ਚਾਹੂੰਗਾ ਜੀ, ਮੈਜੋਰਟੀ ਆਫ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹ ਕੋਰਟ ਜਾਂਦੇ ਹੀ ਨਹੀਂ ਹੈ, ਨਾ ਉਹਨਾਂ ਨੂੰ ਐਕਸਪੀਰੀਅੰਸ ਹੈ ਨਾ ਉਹ ਜਾਂਦੇ ਨੇ। ਸੋ ਕਦੇ ਵੀ ਐਡਵਾਈਸ ਮਿਲਦੀ ਹੈ ਵੀ ਐਂ ਕਰੋ ਤੁਹਾਡੀ ਐਪਲੀਕੇਸ਼ਨ ਆਪਾਂ ਦੁਬਾਰਾ ਫਾਈਲ ਕਰ ਦਿੰਦੇ ਜਾਂ ਆਪਾਂ ਦੁਬਾਰਾ ਟੈਸਟ ਕਰ ਲੈਂਦੇ ਹਾਂ। ਸੋ ਕੋਈ ਟੈਸਟਿੰਗ ਨਹੀਂ ਹੈਗਾ, ਉਹ ਰਿਪਰੈਜ਼ੈਂਟੇਟਿਵ ਹਾਇਰ ਕਰੋ ਜਿਹੜਾ ਕੋਰਟ 'ਚ ਜਾਂਦਾ ਔਰ ਕੋਰਟ 'ਚ ਤੁਹਾਨੂੰ ਰਿਪਰੈਜ਼ੈਂਟ ਕਰਦਾ।
ਤੁਹਾਨੂੰ ਐਟਲੀਸਟ ਉਹ ਲਾਸਟ ਸਟੇਜ ਤੱਕ ਲੈ ਕੇ ਜਾ ਸਕਦਾ, ਤਾਂ ਫਿਰ ਤੁਹਾਨੂੰ ਡਿਸੀਜਨ ਮਿਲ ਸਕਦਾ। ਮੈਂ ਇਹ ਨਹੀਂ ਕਹਿੰਦਾ ਵੀ ਕੋਰਟ 'ਚ ਹਰ ਕੇਸ ਜਿੱਤਿਆ ਜਾਂਦਾ, ਪਰ ਇੱਕ ਤੁਹਾਨੂੰ ਫੇਅਰ ਡਿਸੀਜਨ ਮਿਲਦਾ। ਜੇ ਤੁਹਾਨੂੰ ਉਹ ਰਸਤੇ ਹੀ ਨਹੀਂ ਤੁਸੀਂ ਅਪਣਾ ਸਕੇ ਜਾਂ ਤੁਹਾਨੂੰ ਕੋਈ ਗਾਈਡ ਹੀ ਨਹੀਂ ਕਰ ਰਿਹਾ ਉਸ ਰਸਤੇ ਲਈ, ਕਿਉਂਕਿ ਉਹ ਖੁਦ ਨਹੀਂ ਐਪਲੀਕੇਸ਼ਨ ਕੋਰਟ 'ਚ ਲੈ ਕੇ ਜਾਂਦਾ, ਤਾਂ ਫਿਰ ਬਿਲਕੁਲ ਤੁਹਾਡਾ ਤੁਹਾਨੂੰ ਜਿਹੜਾ ਥੋੜਾ ਚਾਂਸਸ ਨੇ ਕੈਨੇਡਾ ਆਉਣ ਦੇ ਉਹ ਬਹੁਤ ਘੱਟ ਨਹੀਂ, ਜਿਵੇਂ ਮੈਂ ਕਿਹਾ ਸੀ 38% ਨੇ। ਖਹਿਰਾ ਸਾਹਿਬ, ਹੁਣ ਆਪਣੇ ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਸ਼ੌਨ ਫਰੇਜ਼ਰ, ਉਹਨਾਂ ਨੇ ਵੀ ਕਿਹਾ ਕਿ ਸਾਨੂੰ ਲੋੜ ਹੈਗੀ ਆ ਹੋਰ ਵਰਕਰਸ ਦੀ ਲੋੜ ਹੈਗੀ ਆ, ਸਾਨੂੰ ਇਮੀਗ੍ਰੈਂਟਸ ਦੀ ਲੋੜ ਹੈਗੀ ਆ, ਅਸੀਂ ਜਲਦੀ ਤੋਂ ਜਲਦੀ ਹੋਰ ਰਾਹ ਸੌਖੇ ਕਰਾਂਗੇ, ਹੋਰ ਲੋਕ ਜਿਹੜੇ ਕੈਨੇਡਾ ਦੇ ਵਿੱਚ ਆਉਣਗੇ। ਸੋ ਵਾਈ ਨਾਟ ਯੂ ਪੀਪਲ ਜਿਹੜੇ ਸਾਨੂੰ ਦੇਖ ਰਹੇ ਨੇ, ਜੇ ਚਾਹੁੰਦੇ ਨੇ, ਜੇ ਤੁਸੀਂ ਤੁਹਾਡੇ ਕੋਲ ਸਕਿੱਲ ਹੈਗਾ ਆ ਜਾਂ ਤੁਹਾਡੇ ਕੋਲ ਐਲੀਜੀਬਿਲਟੀ ਹੈਗੀ ਆ, ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ, ਬਸ ਸਿਰਫ ਤੇ ਸਿਰਫ ਰਿਕੁਆਇਰਮੈਂਟਸ ਦੇਖਣੀਆਂ ਨੇ। ਹੁਣ ਜੇ ਕਿਸੇ ਨੇ ਐਜ਼ ਅ ਵਰਕਰ ਇੱਥੇ ਆਉਣਾ ਆ, ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਫਰ LMIA ਤੋਂ ਬਿਨਾਂ ਤੁਸੀਂ ਆ ਸਕਦੇ ਆ, ਹੋਰ ਕਿਹੜੀਆਂ ਰਿਕੁਆਇਰਮੈਂਟਸ ਨੇ? ਸੀ ਰਿਕੁਆਇਰਮੈਂਟਸ ਤਾਂ ਬੜੀ ਬੇਸਿਕ ਹੈਗੀ ਆ। ਇਹਦੇ ਵਿੱਚ ਲੈਂਗੁਏਜ ਇੱਕ ਰਿਕੁਆਇਰਮੈਂਟ ਹੈਗੀ ਆ, ਔਰ ਉਸ ਤੋਂ ਇਲਾਵਾ ਜਿਹੜੀ ਐਜੂਕੇਸ਼ਨ ਡਿਪੈਂਡਿੰਗ ਅਪੋਨ ਕਿਸ ਤਰ੍ਹਾਂ ਦੀ ਜੌਬ ਹੈ ਉਹ 'ਤੇ ਡਿਪੈਂਡ ਕਰੇਗੀ। ਔਰ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਜੌਬ ਹੈ, ਇਹ ਹਾਈ ਸਕਿੱਲ ਨੂੰ ਓਪਨ ਕੀਤਾ ਸਰਕਾਰ ਨੇ ਐਟ ਦਿਸ ਪੁਆਇੰਟ ਆਫ ਟਾਈਮ। ਜੇ ਕੋਈ ਹਾਈ ਸਕਿੱਲ ਵਰਕਰ ਹੈ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਹੈ ਵੀ ਤੁਸੀਂ ਇਸ ਰਸਤੇ ਰਾਹੀਂ ਜਿਹੜਾ ਇੰਪਲੋਇਰ ਹੈ ਉਹ ਜਲਦੀ ਬੁਲਾ ਸਕਦਾ। ਪਰ ਜਿਵੇਂ ਤੁਹਾਡੀ ਮੈਂ ਪੋਲੀਟੀਕਲ ਸਟੇਟਮੈਂਟ ਦੀ ਗੱਲ ਕਰਦਾ ਵੀ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈ ਉਹ ਕਹਿੰਦੇ ਨੇ ਵੀ ਹਾਂਜੀ ਸਾਨੂੰ ਵਰਕਰ ਚਾਹੀਦੇ ਨੇ, ਇਹ ਤੁਹਾਨੂੰ ਅਕਸਰ ਸੁਣਨ ਨੂੰ ਮਿਲੂਗਾ। ਬਟ ਇਹਦੇ ਨਾਲ ਇਹ ਵੀ ਹੈ ਨਾ, ਤੁਸੀਂ ਜਿਹੜਾ ਬੈਕਲੌਗ ਫਿਗਰਸ ਦੀ ਗੱਲ ਕਰ ਰਹੇ ਸੀ ਵੀ 1.8 ਮਿਲੀਅਨ ਐਪਲੀਕੇਸ਼ਨ ਬੈਕਲੌਗ ਹੈ, ਇਹ ਜਿਹੜੇ ਐਪਲੀਕੇਸ਼ਨਸ ਦਾ ਐਡਾ ਬੜਾ ਬੈਕਲੌਗ ਹੈ, ਉਹ ਸੇਮ ਪੂਲ ਹੈ ਜਿੱਥੋਂ ਐਪਲੀਕੇਸ਼ਨਸ ਪਿਕ ਕਰਨੀਆਂ ਨੇ। ਜੇ ਸਰਕਾਰ ਨੂੰ ਇੰਨੇ ਬੰਦੇ ਚਾਹੀਦੇ ਨੇ ਤਾਂ ਬਿਲਕੁਲ ਉਹਨਾਂ ਨੂੰ ਐਕਸੈਸ ਦੇ ਦੇ ਤੇ ਲੈ ਆਵੇ। ਕੈਨੇਡਾ ਨੂੰ ਕਿਤੇ ਐਡਵਰਟਾਈਜ਼ ਕਰਨ ਦਾ ਲੋੜ ਨਹੀਂ ਵੀ ਸਾਨੂੰ ਹਾਂਜੀ ਵਰਕਰਸ ਦੀ ਲੋੜ ਹੈ, ਜਦ ਕਿ ਕਰਦੀ ਹੈ ਸਰਕਾਰ। ਨਾਰਵੇ ਜਾ ਕੇ ਬਿਲਕੁਲ ਆਪਣੇ ਆਪ ਨੂੰ ਪ੍ਰਮੋਟ ਕਰਦੀ ਹੈ ਵੀ ਤੁਸੀਂ ਸਾਡੇ ਕੋਲ ਆਓ, ਤੁਹਾਡੀ ਐਪਲੀਕੇਸ਼ਨ ਅਸੀਂ 2 ਦਿਨਾਂ 'ਚ ਪ੍ਰੋਸੈਸ ਕਰਾਂਗੇ। ਜਦ ਕਿ ਇੰਡੀਆ 'ਚ ਬੰਦਾ ਬੈਠਾ ਹੁੰਦਾ ਹੈ ਜਿਹਨੂੰ ਕਹਿੰਦੇ ਤੂੰ ਵੇਟ ਕਰ 8 ਮੰਥਸ 9 ਮੰਥਸ 10 ਮੰਥਸ, ਉਸ ਤੋਂ ਬਾਅਦ ਕਹਿੰਦੇ ਨੇ ਸੌਰੀ ਤੂੰ ਜਾ ਕੇ ਵਾਪਸ ਨਹੀਂ ਆਏਗਾ। ਐਨੀ ਪਰਟੀਕੁਲਰ ਰੀਜ਼ਨ? ਉਹ ਡਿਸਪੈਰਿਟੀ ਹੈਗੀ ਹੈ। ਸੋ ਯੂ ਨੋ ਦੈਟ ਇਹ ਕੁਐਸਚਨ ਜਿਹੜਾ ਸਰਕਾਰ ਨੂੰ ਪੁੱਛਣ ਵਾਲਾ ਬਣਦਾ ਹੈ ਵੀ ਤੁਸੀਂ ਇੱਕ ਜਗ੍ਹਾ ਤੇ ਇੱਕ ਜਿਹੜਾ ਲਾਈਨ 'ਚ ਲੱਗਿਆ ਹੋਇਆ ਹੈ ਉਹਨੂੰ ਇਗਨੋਰ ਕਰਕੇ ਤੁਸੀਂ ਯੂਰਪ 'ਚ ਜਾ ਕੇ ਕਿਸੇ ਨੂੰ ਬੈਕ ਕਰ ਰਹੇ ਹੋ ਵੀ ਤੁਸੀਂ ਐਟਲੀਸਟ ਅਪਲਾਈ ਤਾਂ ਕਰ ਦਿਓ। ਹੁਣ ਅਸੀਂ ਦੇਖਿਆ ਹੈ ਕਿੰਨੀਆਂ ਰਿਫਿਊਜ਼ਲਸ ਆਈਆਂ ਨੇ, ਚਾਹੇ ਉਹ ਸਟੱਡੀ ਵੀਜ਼ੇ ਦੀਆਂ ਨੇ, ਚਾਹੇ ਉਹ ਵਰਕ ਪਰਮਿਟ ਦੀਆਂ ਨੇ, ਉਹ ਇਕੱਠੀਆਂ ਇੰਨੀਆਂ ਜ਼ਿਆਦਾ ਰਿਫਿਊਜ਼ਲਸ, ਜਾਂ ਤਾਂ ਉਹਨੂੰ ਤੋਂ ਬੈਕਲੌਗ ਨਹੀਂ ਸੰਭਲ ਰਿਹਾ, ਤੇ ਜਾਂ ਇਹ ਹੋ ਸਕਦਾ ਹੈ ਕਿ ਉਹ ਚਾਹੁੰਦੇ ਆ ਕਿ ਕਿਸੇ ਪਰਟੀਕੂਲਰ ਕੰਟਰੀ ਦੇ ਨਾਲ ਅਸੀਂ ਹੋਰ ਰਿਲੇਸ਼ਨਸ, ਕਿਉਂਕਿ ਹੁਣ ਦੇਖਿਆ ਕਿ ਅਸੀਂ ਸਾਈਨ ਅਪ ਹੋ ਰਹੇ ਨੇ ਹੋਰ ਕੰਟਰੀਜ਼ ਤੋਂ, ਕਿਉਂਕਿ ਉਹ ਚਾਹੁੰਦੇ ਨੇ ਕਿ ਇਮੀਗ੍ਰੇਸ਼ਨ ਸਿਰਫ ਇੱਕ ਕੰਟਰੀ ਤੋਂ ਨਾ ਆਵੇ। ਪਰ ਇਹ ਵੀ ਦੇਖਣਾ ਚਾਹੀਦਾ ਕਿ ਸਕਿੱਲਡ ਕਿੰਨੇ ਨੇ, ਕਿਹੜੇ ਐਲੀਜੀਬਲ ਨੇ, ਐਲੀਜੀਬਿਲਟੀ ਕ੍ਰਾਈਟੇਰੀਆ ਵੀ ਰੱਖਣਾ ਚਾਹੀਦਾ ਨੇ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੋਣਗੀਆਂ। ਹੁਣ ਤੁਹਾਨੂੰ ਬੈਕਲੌਗ, ਤੁਹਾਨੂੰ ਕੀ ਲੱਗਦਾ ਕਿ ਇਹ ਬੈਕਲੌਗ ਛੇਤੀ ਤੋਂ ਛੇਤੀ ਹੋਏਗਾ ਜਾਂ ਇਹ ਬੈਕਲੌਗ ਅਗਲੇ ਸਾਲ ਹੋਰ ਵਧਣ ਦੀਆਂ ਉਮੀਦਾਂ ਨੇ? ਬੈਕਲੌਗ ਹੋਰ ਵਧੇਗਾ। ਸਰਕਾਰ ਜਿਹੜੇ ਨਵੇਂ ਪਾਇਲਟ ਪ੍ਰੋਗਰਾਮ ਲੈ ਕੇ ਆਏਗੀ ਟੂ ਓਵਰਕਮ ਦਿਸ, ਬਟ ਅਦਰਵਾਈਜ਼ ਇਹ ਪੋਸੀਬਿਲਿਟੀ ਨਹੀਂ ਹੈ ਜਿਸ ਤਰ੍ਹਾਂ ਹਿਸਾਬ ਦਾ ਬੈਕਲੌਗ ਕ੍ਰੀਏਟ ਹੋਇਆ, ਚਾਹੇ ਤੁਸੀਂ ਪੇਰੈਂਟਸ ਨੂੰ ਬੁਲਾਉਣਾ ਹੈ ਜਾਂ ਆਪਣੇ ਸਪਾਊਸ ਨੂੰ ਬੁਲਾਉਣਾ ਹੈ। ਦੇਰ ਆਰ ਇਸ਼ੂਜ਼ ਜਿੱਥੇ ਬੈਕਲੌਗ ਦਾ ਹੋਣਾ ਅੰਡਰਸਟੂਡ ਸੀ ਵੀ ਹੋਏਗਾ ਹੀ ਹੋਏਗਾ, ਕਿਉਂਕਿ ਸਰਕਾਰ ਨੇ ਐਪਲੀਕੇਸ਼ਨਾਂ ਜਦੋਂ ਲਈਆਂ ਸੀ ਤਾਂ ਜਦੋਂ ਵੀ ਬੈਕਲੌਗ ਨੂੰ ਰਿਡਿਊਸ ਕਰਨਾ ਹੁੰਦਾ ਨਾ, ਤੁਸੀਂ ਜਿਹੜਾ ਇਨਲੈਟ ਹੈ ਉਹਨੂੰ ਰਿਡਿਊਸ ਕਰਨਾ ਹੁੰਦਾ ਬੇਸਿਕਲੀ, ਫੇਰ ਹੀ ਬੈਕਲੌਗ ਘਟਦਾ ਹੈ। ਪਰ ਜਦੋਂ ਤੁਸੀਂ ਇੱਕ ਨੰਬਰ ਇੰਨਾ ਬੜਾ ਲੈ ਆਉਂਦੇ ਹੋ, ਇਨਵਾਈਟ ਕਰ ਦਿੰਦੇ ਹੋ, ਚਾਹੇ ਤਾਂ ਤੁਸੀਂ ਜਿਹੜੀਆਂ ਤੁਹਾਡੀਆਂ ਐਪਲੀਕੇਸ਼ਨ ਕਰਨ ਦੀ ਜਿਹੜੀ ਪ੍ਰੀ ਰਿਕੁਇਜ਼ਿਟ ਹੈ ਉਹਨੂੰ ਬਹੁਤ ਸੌਫਟ ਰੱਖਿਆ ਹੋਇਆ ਵੀ ਕੋਈ ਵੀ ਵਿਅਕਤੀ ਜਿਹੜਾ ਉਹਨੂੰ ਕੋਈ ਵੀ ਸੈਕੰਡ ਪਰਸਨ ਐਲੀਜੀਬਲ ਹੋ ਜਾਂਦਾ। ਸੋ ਜਦੋਂ ਐਲੀਜੀਬਲ ਹੁੰਦਾ ਹੈ ਕੈਨੇਡਾ ਓਨਲੀ ਉਹ ਚਾਹੁੰਦਾ ਉਹ ਐਪਲੀਕੇਸ਼ਨ ਦਾਇਰ ਕਰ ਦਿੰਦਾ। ਜੋ ਇਨਲੈਟ ਹੀ ਬੜਾ ਫਿਲਟਰ ਸਟਰੋਂਗ ਹੋਣ ਤਾਂ ਉਹੀ ਐਪਲੀਕੇਸ਼ਨ ਅਪਲਾਈ ਹੋਣ ਜਿਨ੍ਹਾਂ ਦੇ ਉਹਨੇ ਸਰਟਨ ਪੁਆਇੰਟਸ ਬਣਦੇ ਨੇ ਜਾਂ ਹੋਰ, ਫੇਰ ਹੀ ਕੰਟਰੋਲ ਹੋਊਗਾ। ਅਦਰਵਾਈਜ਼ ਜਦ ਤੁਸੀਂ ਇੰਨੀਆਂ ਓਪਨ ਐਂਡਡ ਐਪਲੀਕੇਸ਼ਨਸ ਨੇ ਉਹਨੇ ਤੁਸੀਂ ਇਨਲੈਟ ਖੋਲ੍ਹਿਆ ਹੋਇਆ, ਔਰ ਤੁਸੀਂ ਜਦੋਂ ਵੀਜ਼ਾਸ ਦਿੰਦੇ ਹੋ ਉਹ ਇੱਕ ਪਰਟੀਕੂਲਰ ਕੋਟਾ ਸਿਸਟਮ ਦੇ ਰਾਹੀਂ ਵੀਜ਼ਾ ਦਿੱਤਾ ਜਾਂਦਾ। ਸੋ ਇਹਦੇ 'ਚ ਇਹ ਨਹੀਂ ਹੈਗਾ ਵੀ ਸਾਰੇ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਮਿਲ ਜਾਏਗੀ ਜਾਂ ਸਾਰੇ ਜਿਹੜੇ ਫੋਰਨ ਨੈਸ਼ਨਲ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਮਿਲ ਜਾਏਗੀ, ਵਰਕਰਸ ਨੂੰ ਮਿਲ ਜਾਏਗੀ, ਜਾਂ ਜਿਹੜੇ ਲੋ ਸਕਿੱਲ ਵਰਕਰਸ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਦੇਣਗੇ। ਉਹਦਾ ਇੱਕ ਬੈਲੈਂਸ ਬਣਿਆ ਹੋਇਆ। ਜਾਂ ਪੇਰੈਂਟਸ ਨੂੰ ਇਮੀਡੀਏਟਲੀ ਕੈਨੇਡਾ ਲਿਆਉਣਗੇ। ਸੋ ਪੇਰੈਂਟਸ ਜਿਹੜੇ ਨੇ ਉਹਦਾ ਇੱਕ ਲਿਮਿਟਿਡ ਕੋਟਾ ਹੈਗਾ ਵੀ ਉਹਨੇ ਨੰਬਰ ਆਫ ਪੇਰੈਂਟਸ ਹੀ ਕੈਨੇਡਾ ਦੇ ਵਿੱਚ ਦਾਖਲ ਹੋਣਗੇ, ਭਾਵੇਂ ਸਰਕਾਰ 2 ਲੱਖ ਐਪਲੀਕੇਸ਼ਨ ਲੈ ਲੇ। ਸੋ ਆਟੋਮੈਟਿਕਲੀ ਬੈਕਲੌਗ ਜਿਹੜਾ ਵਧੇਗਾ ਹੀ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸ ਦਿਓ ਕਿ ਸਟੂਡੈਂਟਸ ਜਿਹੜੇ ਨੇ ਹੁਣ ਉਹ ਆਨਲਾਈਨ ਪਹਿਲਾਂ ਵੀ ਸਟੱਡੀ ਕਰ ਸਕਦੇ ਸੀ ਤੇ ਉਹਨਾਂ ਨੂੰ ਵਰਕ ਪਰਮਿਟ ਇੱਥੇ ਆ ਕੇ ਮਿਲ ਜਾਣਾ ਸੀਗਾ। ਸੋ PGWP ਦੇ ਐਪਲੀਕੈਂਟਸ ਜਿਹੜੇ ਨੇ ਉਹ ਆਨਲਾਈਨ ਸਟੱਡੀ ਉਹਨਾਂ ਦੀ ਐਕਸਟੈਂਡ ਕਰ ਦਿੱਤੀ ਗਈ ਹੈ, ਕਦੋਂ ਤੱਕ ਕਰ ਦਿੱਤੀ ਗਈ ਹੈ ਜੀ? ਆਨਲਾਈਨ ਸਟੱਡੀ ਜਿਹੜੀ ਹੈ ਨੈਕਸਟ ਈਅਰ ਕਰੀ ਹੋਈ ਹੈ, ਅਗਸਤ ਤੱਕ ਬਲੀਵ। ਸੋ ਓਨਲੀ ਪ੍ਰੋਬਲਮ ਇਜ਼ ਜਿਹੜੇ
ਸਟੂਡੈਂਟਸ ਆਊਟਸਾਈਡ ਪੜ੍ਹ ਰਹੇ ਨੇ ਉਹ ਲੈਵਲ ਆਫ ਜਿਹੜੀ ਅਨਸਰਟਨਟੀ ਆਲਵੇਜ਼ ਰਹੂਗਾ, ਕਿਉਂਕਿ ਸਟੂਡੈਂਟ ਜਦੋਂ ਕੈਨੇਡਾ ਦੇ ਵਿੱਚ ਪੜ੍ਹ ਰਿਹਾ ਜਾਂ ਕੈਨੇਡਾ ਤੋਂ ਬਾਹਰ ਪੜ੍ਹ ਰਿਹਾ, ਸਰਕਾਰ ਨੇ ਜਿਹੜੀਆਂ ਸੈਕਸ਼ਨ 220 ਦੀਆਂ ਰੈਗੂਲੇਸ਼ਨਸ ਆ ਉਹਨੂੰ ਬਿਲਕੁਲ ਨਹੀਂ ਬਦਲਿਆ ਹੈਗਾ, ਉਹ ਸੇਮ ਰੱਖੀਆਂ ਨੇ। ਤੇ ਉਹਦੇ 'ਚ ਸਭ ਤੋਂ ਬੜੀ ਜਿਹੜੀ ਪ੍ਰਾਇਮਰੀ ਕੰਡੀਸ਼ਨ ਹੈ ਵੀ ਸਟੂਡੈਂਟ ਐਕਟਿਵਲੀ ਪਰਸਿਊ ਕਰੇ ਆਪਣੀਆਂ ਸਟੱਡੀਜ਼, ਔਰ ਉਹਦੇ ਵਿੱਚ ਪਲੱਸ ਗੈਪ ਨਹੀਂ ਹੋਣਾ ਚਾਹੀਦਾ। ਜੇ 150 ਡੇਜ਼ ਤੋਂ ਵੱਧ ਦਾ ਕਿਤੇ ਗੈਪ ਹੈ, ਸਟੂਡੈਂਟ ਜਿਵੇਂ ਆਊਟਸਾਈਡ ਕੈਨੇਡਾ ਉਹ ਪਰਫਾਰਮ ਨਹੀਂ ਕਰ ਰਿਹਾ, ਉਹਦਾ GPA ਬਹੁਤ ਵੀਕ ਆ ਰਿਹਾ ਜਾਂ ਉਹ ਫੇਲ ਹੋ ਰਿਹਾ ਕਿਸੇ ਸਬਜੈਕਟ ਤੋਂ, ਤਾਂ ਉਹ ਸਟੂਡੈਂਟਸ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ ਹੀ। ਸੋ ਕੈਨੇਡਾ ਸ਼ਾਇਦ ਨਾ ਆ ਸਕਣ। ਸੈਕਿੰਡ, ਸਰਕਾਰ ਇਹਦੇ 'ਚ ਜਿਹੜੀ 179 ਹੈ ਉਹਦੀ ਰਿਜਿਡਿਟੀ ਨੂੰ ਤਾਂ ਘਟਾ ਨਹੀਂ ਰਹੀ ਹੈਗੀ। ਸੋ ਜਦੋਂ ਵੀ ਕੋਈ ਸਟੂਡੈਂਟ ਡੇ 1 ਐਂਟਰ ਕਰਦਾ, ਉਹਨੂੰ ਵੀ ਇਹ ਸੈਟੀਸਫਾਈ ਕਰਨਾ ਪੈਂਦਾ ਵੀ ਮੈਂ ਜਦੋਂ ਵੀ ਕੈਨੇਡਾ ਮੈਨੂੰ ਵਾਪਸ ਆਉਣ ਲਈ ਕਿਹਾ ਜਾਊਗਾ ਮੈਂ ਛੱਡ ਕੇ ਆ ਜਾਊਗਾ। ਤਾਂ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰੋਗੇ, ਇੰਡੀਆ ਤੋਂ ਅਪਲਾਈ ਕਰੂਗਾ, ਉਹੀ ਮੈਂ ਕਿਹਾ ਸੀ ਵੀ 38% ਹੈ। ਸੋ ਜੇ 100 ਸਟੂਡੈਂਟ ਨੇ ਅਪਲਾਈ ਕੀਤਾ, ਉਹਨਾਂ 'ਚੋਂ 38 ਨੂੰ ਉਹ ਪਰਮਿਟ ਦੇ ਦੇਣਗੇ, ਉਹ ਆ ਜਾਣਗੇ ਕੈਨੇਡਾ। ਬਾਕੀ ਜਿਹੜੇ ਨੇ ਉਹ ਵਿਚਾਰੇ ਸਟਰਗਲ ਕਰਨਗੇ, ਉਹ ਕੈਨੇਡਾ ਬਾਰੇ ਕਹਿਣਗੇ ਸਾਡੇ ਕੋਲ ਕੈਨੇਡੀਅਨ ਡਿਗਰੀ ਹੈਗੀ ਹੈ, ਜਿਹੜਾ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਸ਼ਾਇਦ ਨਿਊਜ਼ 'ਚ ਚਲਾਉਣਾ ਪਵੇ ਫਿਊਚਰ 'ਚ ਵੀ ਸਾਡੇ ਕੋਲ ਡਿਗਰੀ ਹੈ ਪਰ ਸਾਨੂੰ ਕੈਨੇਡਾ ਨੇ ਰਿਫਿਊਜ਼ ਕਰਤਾ। ਤਾਂ ਫਿਰ ਉਹ ਕੁਝ ਨਹੀਂ ਹੋਣਾ ਹੈਗਾ। ਤਾਂ ਸਰਕਾਰ ਨੇ ਉਹਨਾਂ ਸਟੂਡੈਂਟਸ ਤੋਂ ਲੱਖਾਂ ਡਾਲਰ ਲੈ ਲੈਣਾ ਜਿਹੜੇ ਕਿ ਕੈਨੇਡਾ 'ਚ ਲੱਗੇਗਾ, ਇਨਵੈਸਟ ਹੋਏਗਾ। ਬਿਲਕੁਲ, ਅਸੀਂ ਦੇਖ ਰਹੇ ਹਾਂ ਕਿ ਜੇ ਇਮੀਗ੍ਰੇਸ਼ਨ ਨਾ ਹੋਵੇ ਤਾਂ ਕੈਨੇਡਾ ਦਾ ਜਿਹੜਾ ਹੁਣ ਇਕਨੋਮਿਕ ਸਿਸਟਮ ਹੈਗਾ ਉਹ ਕਲੈਪਸ ਹੋ ਜਾਏਗਾ, ਕਲੈਪਸ ਹੋ ਕੇ ਰਹਿ ਜਾਏਗਾ ਕਿ ਜੇ ਇਮੀਗ੍ਰੇਸ਼ਨ ਅੱਜ ਦੀ ਦਿਨ ਦੇ ਵਿੱਚ ਬੰਦ ਹੋ ਜਾਂਦੀ ਹੈ ਜਾਂ ਇਕੱਲੇ ਸਟੂਡੈਂਟ ਹੀ ਨਹੀਂ ਆਉਂਦੇ। ਸੋ ਇਹ ਹੈ ਕਿ ਜੇ ਕੋਈ ਵੀ ਸਟੂਡੈਂਟ ਦੇ ਤੌਰ ਤੇ ਆ ਰਿਹਾ, ਵਰਕਰ ਦੇ ਤੌਰ ਦੇ ਉੱਤੇ ਆ ਰਿਹਾ, ਕਿਸੇ ਵੀ ਤਰ੍ਹਾਂ ਦੇ ਨਾਲ ਐਜ਼ ਇਮੀਗ੍ਰੈਂਟ ਆ ਰਿਹਾ ਹੈਗਾ, ਐਪਲੀਕੇਸ਼ਨ ਲਗਾ ਰਿਹਾ ਹੈਗਾ, ਪਹਿਲਾਂ ਉਹਨਾਂ ਨੂੰ ਇੱਕ ਚੰਗੇ ਕੰਸਲਟੈਂਟ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਕਿਹੜੇ ਵੇ ਹੋ ਸਕਦੇ ਆ, ਕਿਹੜੇ ਵੇ ਮੇਰੇ ਲਈ ਵਧੀਆ ਹੋ ਸਕਦੇ ਆ, ਕੀ ਆਨਲਾਈਨ ਸਟੱਡੀ ਬੈਟਰ ਹੋ ਸਕਦੀ ਹੈ ਜਾਂ ਹੋਰ ਕਿਹੜੇ ਹੈਗੇ ਆ। ਕਿਉਂਕਿ ਜਦੋਂ ਤੁਸੀਂ ਅਕਸਰ ਗੱਲ ਕਰਦੇ ਆ ਕਿ ਮੈਨੀ ਵੇਜ਼ ਹੈਗੇ ਨੇ ਕੈਨੇਡਾ ਐਂਟਰ ਹੋਣ ਦੇ, ਤੁਹਾਡੇ ਲਈ ਕਿਹੜਾ ਹੈ ਉਹ ਤੁਹਾਨੂੰ ਫਿਗਰ ਆਊਟ ਕਰਨ ਦੀ ਲੋੜ ਹੈਗੀ ਹੈ। ਸੋ ਜੇ ਤੁਹਾਡੇ ਤੱਕ ਕੋਈ ਪਹੁੰਚ ਕਰਦਾ ਹੈ, ਤੁਹਾਡਾ ਕੀ ਮੈਸੇਜ ਹੈ ਪਹਿਲਾਂ ਉਹਨਾਂ ਦੇ ਲਈ, ਕਿੱਥੇ ਪਹੁੰਚ ਕੀਤੀ ਜਾ ਸਕਦੀ ਹੈ? ਸੀ ਸਾਡੇ ਮਲਟੀਪਲ ਆਫਿਸਿਸ ਨੇ, ਔਰ ਅਸੀਂ ਇੰਡੀਆ ਦੇ ਵਿੱਚ ਤੁਸੀਂ ਕਰਨਾ ਤਾਂ ਸਾਡੀ ਵੈਬਸਾਈਟ ਹੈਗੀ ਹੈ www.cwccanada.com, ਔਰ ਖਾਸ ਕਰਕੇ ਤੁਹਾਡਾ ਜੇ ਕੋਈ ਐਪਲੀਕੇਸ਼ਨ ਰਿਫਿਊਜ਼ ਹੋਈ ਹੈ, ਅਪੀਲ ਬਾਰੇ ਜ਼ਰੂਰ ਸਾਡੇ ਜਾਣਕਾਰੀ ਲਓ ਪਲੀਜ਼। ਔਰ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਇੱਕੋ ਦਿਨ ਇੰਨਾ ਅਗਰੈਸਿਵ ਡਿਸੀਜਨ ਲਿਆ ਸੀ ਵੀ 30,000 ਸਟੂਡੈਂਟ ਨੂੰ ਰਿਫਿਊਜ਼ ਕਰਤਾ ਸੀ ਇਨ ਅ ਸਿੰਗਲ ਡੇ, ਚਾਹੇ ਉਹਨਾਂ ਦੇ 8 ਬੈਂਡ ਸੀ ਜਾਂ 9 ਬੈਂਡ ਸੀ। ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਇਹ ਸੋਚ ਰਹੇ ਨੇ ਵੀ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੈਨੇਡਾ ਤੋਂ ਬਾਹਰ ਰਹਿ ਕੇ ਪਰਮਿਸ਼ਨ ਦੇਤੀ ਹੈ ਸਰਕਾਰ ਨੇ, ਉਹ ਬਹੁਤ ਬੜਾ ਰਿਸਕ ਵੀ ਹੈ ਕਿਉਂਕਿ ਤੁਸੀਂ ਜੇ ਕੈਨੇਡਾ 'ਚ ਹੋ ਤਾਂ ਤੁਸੀਂ ਉਹ ਰੈਗੂਲੇਸ਼ਨ ਦੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਹੋ ਤਾਂ ਐਟਲੀਸਟ ਤੁਹਾਨੂੰ ਪਤਾ ਵੀ ਮੇਰਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਿਕਿਉਰ ਹੈ, ਕਿਉਂਕਿ ਤੁਹਾਡੇ 'ਤੇ ਜਿਹੜਾ 179 ਉਹ ਰਿਜਿਡਲੀ ਅਪਲਾਈ ਨਹੀਂ ਹੋ ਸਕਦਾ, ਉਹ ਅਪਲਾਈ ਹੀ ਨਹੀਂ ਹੋ ਸਕਦਾ। ਪਰ ਜਦੋਂ ਤੁਸੀਂ ਕੈਨੇਡਾ ਤੋਂ ਬਾਹਰੋਂ ਆਉਣਾ ਹੈ ਤਾਂ ਫਿਰ ਉਹ ਬਿਲਕੁਲ ਅਪਲਾਈ ਹੋਏਗਾ ਤੁਹਾਡੇ 'ਤੇ। ਹੋ ਸਕਦਾ ਕੋਈ ਕੰਪਿਊਟਰ ਤੁਹਾਡਾ ਕੇਸ ਦਾ ਡਿਸੀਜਨ ਦੇ ਦੇ। ਇਹ ਸਾਰੀਆਂ ਸ਼ਰਤਾਂ ਤੁਸੀਂ ਪੂਰੀਆਂ ਕਰੋ, ਪੜ੍ਹਾਈ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੋ, ਤੁਸੀਂ ਗ੍ਰੇਡ A ਸਟੂਡੈਂਟ ਹੋ, ਅਤੇ ਪਰ ਸਿਰਫ ਇਹ ਜੇ ਲੱਗਿਆ ਉਹਨਾਂ ਨੂੰ ਵੀ ਇਹ ਜੇ ਸਟੂਡੈਂਟ ਵਾਪਸ ਨਹੀਂ ਆਊਗਾ ਕੈਨੇਡਾ ਨੂੰ ਛੱਡ ਕੇ ਤਾਂ ਤੁਹਾਡੀ ਐਪਲੀਕੇਸ਼ਨ ਨਾਮਨਜ਼ੂਰ ਹੋ ਜਾਊ। ਪਰ ਤੁਸੀਂ ਉਹਦੀ ਚਿੰਤਾ ਨਹੀਂ ਕਰਨੀ, ਤੁਸੀਂ ਅਪੀਲ ਦਾ ਜਿਹੜਾ ਰਸਤਾ ਅਪਣਾ ਸਕਦੇ ਹੋ, ਕੋਰਟ ਦੇ ਵਿੱਚ ਜਾ ਕੇ ਉਹ ਡਿਸੀਜਨ ਨੂੰ ਚੈਲੰਜ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਸਕਿਲਡ ਵਰਕਰ ਹੋ, ਤੁਹਾਡੇ ਪੁਆਇੰਟਸ ਦੇ ਵਿੱਚ ਇਸ਼ੂਜ਼ ਨੇ, ਪੁਆਇੰਟ ਨਹੀਂ ਪੂਰੇ ਹੋ ਰਹੇ, ਤਾਂ ਡੈਫੀਨੇਟਲੀ ਸਾਡੇ ਆਫਿਸ ਨੂੰ ਕੰਟੈਕਟ ਕੀਤਾ ਜਾ ਸਕਦਾ, ਪਤਾ ਕੀਤਾ ਜਾ ਸਕਦਾ ਜਿਹੜਾ ਤੁਹਾਡਾ ਐਕਸਪ੍ਰੈਸ ਐਂਟਰੀ ਸਕੋਰ ਹੈ ਉਹਨੂੰ ਕਿਸ ਤਰ੍ਹਾਂ ਇਨਹਾਂਸ ਜਾਂ ਕਿਸ ਤਰ੍ਹਾਂ ਵਧਾਇਆ ਜਾ ਸਕਦਾ। ਜੀ, ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਤੇ ਅਸੀਂ ਤੁਹਾਡੇ ਅੱਜ ਆਫਿਸ ਦੇ ਵਿੱਚ ਆਏ ਹਾਂ। ਸੋ ਤੁਸੀਂ ਆਪਣਾ ਟਾਈਮ ਦਿੱਤਾ ਸੀ, ਸਾਨੂੰ ਪਤਾ ਤੁਸੀਂ ਬਹੁਤ ਬਿਜ਼ੀ ਪਰ ਫਿਰ ਵੀ ਤੁਸੀਂ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਓਨੈਸਟੀ ਇਜ਼ ਦ ਬੈਸਟ ਪਾਲਿਸੀ। ਓਨੈਸਟੀ ਦੇ ਨਾਲ ਤੁਸੀਂ ਆਪਣੀ ਫਾਈਲ ਸਬਮਿਟ ਕਰ ਸਕਦੇ ਆ, ਪਰ ਵੇਜ਼ ਕਿਹੜੇ ਹੋ ਸਕਦੇ ਆ? ਦੇਰ ਆਰ ਮੈਨੀ ਵੇਜ਼। ਹੋ ਸਕਦਾ ਜਿਹੜਾ ਚੂਜ਼ ਤੁਸੀਂ ਪਾਥ ਕਰਨਾ ਚਾਹੁੰਦੇ ਆ ਉਹ ਤੁਹਾਡੇ ਲਈ ਸਹੀ ਨਾ ਹੋਵੇ, ਹੋਰ ਕੋਈ ਪਾਥ ਹੋਵੇ ਜਿਹੜਾ ਤੁਹਾਡੇ ਲਈ ਸਹੀ ਹੋ ਸਕਦਾ। ਉਹਦੇ ਲਈ ਤੁਸੀਂ CWC ਨੂੰ ਕੰਟੈਕਟ ਕਰ ਸਕਦੇ ਆ। ਸਟੱਡੀ ਵੀਜ਼ੇ ਤੇ ਹੋਣਾ, ਸਟੂਡੈਂਟ ਵੀਜ਼ੇ ਤੇ ਹੋਣਾ, ਵਰਕਰ ਬੇਸ ਤੇ ਹੋਣਾ, ਕਿਉਂਕਿ ਵਰਕਰ ਦੀ ਸ਼ਾਰਟੇਜ ਚੱਲ ਰਹੀ ਹੈ, ਜਾਂ ਤੁਹਾਡਾ ਕੇਸ ਜਿਹੜਾ ਹੈ ਰਿਫਿਊਜ਼ ਹੋ ਗਿਆ, ਰਿਫਿਊਜ਼ਲ ਲੱਗ ਗਈ ਹੈ, ਪਰ ਉੱਥੇ ਮਾਯੂਸ ਹੋਣ ਦੀ ਲੋੜ ਨਹੀਂ। ਉੱਥੇ ਇਹ ਸਲਾਹ ਦੇਣਗੇ ਤੁਹਾਨੂੰ, ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਆ, ਪਰ ਕਿਵੇਂ ਜਾਇਆ ਜਾ ਸਕਦਾ ਉਹ ਵੀ ਸਲਾਹ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਸੋ CWC ਇਮੀਗ੍ਰੇਸ਼ਨ ਦੇ ਨਾਲ ਤੁਸੀਂ ਕੰਸਲਟ ਕਰ ਸਕਦੇ ਆ। ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰ ਆ ਰਹੇ ਨੇ, ਇਹਨਾਂ ਨੂੰ ਕਾਲ ਕਰ ਸਕਦੇ ਆ, ਇਹਨਾਂ ਨੂੰ ਈਮੇਲ ਕਰ ਸਕਦੇ ਆ ਤੇ ਤੁਹਾਨੂੰ ਜਲਦ ਤੋਂ ਜਲਦ ਰਿਪਲਾਈ ਵੀ ਮਿਲੇਗਾ ਤੇ ਵਧੀਆ ਸਰਵਿਸਿਜ਼ ਵੀ ਦਿੱਤੀਆਂ ਜਾਣਗੀਆਂ ਤੇ ਇਮੀਗ੍ਰੇਸ਼ਨ ਦੇ ਰਿਲੇਟਡ ਹਰ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ TV ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।